किसान वीर ਜਿਹੜੇ ਆ ਸਾਡੇ ਉਹ ਉਹਨਾਂ ਨਾਲੋਂ ਵੱਧ ਰੌਲਾ ਉਹ ਲੋਕ ਪਾ ਰਹੇ ਸੀਗੇ ਜਿਹੜੇ ਲੋਕਾਂ ਦੇ ਕੋਲ ਇੱਕ ਕਨਾਲ ਜ਼ਮੀਨ ਵੀ ਹੈ ਨਹੀਂ, ਜਿਹੜਾ ਬੰਦਾ ਆਪ ਜ਼ਿਮੀਂਦਾਰ ਨਹੀਂ, ਜਿਹੜਾ ਬੰਦਾ ਇੱਕ ਪਾਰਟੀ ਦਾ ਨੁਮਾਇੰਦਾ ਬੜਾ ਵੱਡਾ ਬੋਲਦਾ ਇੱਥੇ ਸਾਡੇ ਇਲਾਕੇ ਨਾਲ ਵੀ ਉਹਨੇ ਇਲੈਕਸ਼ਨ ਲੜੀ, ਇੱਥੇ ਮੰਤਰੀ ਰਿਹਾ ਤੇ ਉਹਦੇ ਆਪਣੇ ਐਫੀਡੈਵਿਟ 'ਚ ਉਹਦੇ ਕੋਲ ਇੱਕ ਕਨਾਲ ਜ਼ਮੀਨ ਨਹੀਂ ਹੈਗੀ। ਵੀ ਜਿਹੜੇ ਆ ਗੀਤ ਗਾ ਕੇ ਕਮਾਉਂਦੇ ਆ ਜੀ, ਉਸ ਕਿਸਾਨਾਂ ਦੇ ਆਗੂ ਬਣੇ ਹੋਏ ਆ, ਜਿਹੜੇ ਗਾਉਣ ਵਾਲੇ ਆ ਵਜਾਉਣ ਵਾਲੇ ਆ, ਉਹ ਕੀ ਉੱਥੇ ਭਾਸ਼ਣ ਦੇ ਕੇ ਲੋਕਾਂ ਨੂੰ ਗੱਲ ਕਰਕੇ ਮੈਨੂੰ ਬੜਾ ਦੁੱਖ ਹੋ ਰਿਹਾ ਸੀ। ਇੱਕ ਬੰਦੇ ਦੀ ਮੈਂ ਕਰਦਾ, ਉਹਨੇ ਕਿਹਾ ਵੀ ਕਿਸਾਨ ਆਪਣੀ ਫਸਲ ਆਪ ਦੇ ਵੇਚਣਗੇ ਤੇ ਨਾਲ ਉਹਦੇ 'ਚ ਵੀਡੀਓ 'ਚ ਗੋਲੀਆਂ ਚੱਲਦੀਆਂ ਨੇ। ਨਿਡਰ ਸੋਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੁਖਦੇਵ ਸਿੰਘ ਨਿੱਕੂਵਾਲ। ਪਿਆਰੇ ਦਰਸ਼ਕੋ, ਕੇਂਦਰ ਵੱਲੋਂ ਜਿਹੜੇ 3 ਬਿੱਲ ਬਣਾਏ ਗਏ ਨੇ, ਖੇਤੀ ਬਿੱਲ, ਜੋ ਕਿਸਾਨਾਂ ਵੱਲੋਂ ਉਹਦਾ ਵਿਰੋਧ ਕੀਤਾ ਜਾ ਰਿਹਾ, ਜਿਸ ਸੰਬੰਧੀ ਅਸੀਂ ਅੱਜ ਗੱਲਬਾਤ ਕਰਨ ਲਈ ਪਹੁੰਚੇ ਨੇ ਭਾਜਪਾ ਦੇ ਕੌਮੀ ਬੁਲਾਰੇ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਨਾਲ। ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਅਸੀਂ ਜਦੋਂ ਆ ਰਹੇ ਸੀ ਦੇਖਿਆ ਤੁਹਾਡੇ ਖੁਦ ਦਾ ਫਾਰਮ ਹਾਊਸ ਹੈ ਤੇ ਬਾਗ ਲੱਗੇ ਹੋਏ ਸੀ, ਤੇ ਕਿਸ ਤਰੀਕੇ ਨਾਲ ਜਿਹੜੇ ਕੇਂਦਰ ਵੱਲੋਂ ਖੇਤੀ ਬਿੱਲ ਜਿਹੜੇ 3 ਪਾਸ ਕੀਤੇ ਗਏ ਨੇ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਹੈ ਵੀ ਜਿਹੜੇ 3 ਖੇਤੀ ਬਿੱਲ ਉਹ ਕੀ ਨੇ ਜੀ। ਪਹਿਲੀ ਗੱਲ ਤਾਂ ਇੱਕ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈਗਾ ਜੀ, ਉਹਦੇ 'ਚ ਅਮੈਂਡਮੈਂਟ ਹੋਈ ਹੈ। ਅਮੈਂਡਮੈਂਟ ਇਸ ਕਰਕੇ ਹੋਈ ਹੈ ਕਿ ਕੁਛ ਚੀਜ਼ਾਂ ਤੇ ਇਹ ਸੀ ਵੀ ਕਿਸੇ ਖਾਸ ਲਿਮਿਟ ਤੱਕ ਕੋਈ ਪ੍ਰਾਈਵੇਟ ਬੰਦਾ ਕੋਈ ਵੀ ਰੱਖ ਸਕਦਾ ਸੀ, ਸਟੋਰ ਕਰ ਸਕਦਾ ਸੀ। ਹੁਣ ਉਹਨਾਂ ਨੂੰ ਓਪਨ ਕਰ ਦਿੱਤਾ। ਉਹ ਚੀਜ਼ਾਂ ਕੀ ਨੇ? ਗੰਢੇ ਜੀ, ਉਹ ਚੀਜ਼ਾਂ ਹੈਗੀਆਂ ਆਲੂ ਜੀ, ਉਹ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ 'ਚ ਨਾ ਕਣਕ ਹੈ ਜੀ ਤੇ ਨਾ ਹੀ ਪੈਡੀ ਹੈ ਜੀ। ਅਸੀਂ ਕਾਨੂੰਨ ਦੀ ਪਹਿਲਾਂ ਦੂਜਾ ਹੈਗਾ ਕਿ ਮੰਡੀਕਰਨ ਐਕਟ ਹੈਗਾ ਜੀ, ਕਿ ਮੰਡੀਕਰਨ ਜਿਹੜਾ ਬੰਦਾ ਬਾਹਰਲਾ ਕੋਈ ਵੀ ਬੰਦਾ ਆ ਕੇ ਮੰਡੀ ਆਪ ਸਮਾਨ ਇੱਥੋਂ ਖਰੀਦ ਸਕਦਾ ਤੇ ਇੱਥੋਂ ਦਾ ਕਿਸਾਨ ਬਾਹਰ ਜਾ ਕੇ ਵੇਚ ਸਕਦਾ। ਦੂਜਾ ਐਕਟ ਹੈ। ਤੀਜਾ ਹੈਗਾ ਜਿਹੜਾ ਜ਼ਮੀਨ ਨੂੰ ਲੀਜ਼ ਕਰਨਾ, ਕਿਸੇ ਤੋਂ ਸਪਾਂਸਰ ਨੂੰ ਦੇਣਾ, ਉਹ ਸੀਗਾ ਕਿ ਜਿਹਨੂੰ ਅਸੀਂ ਪਟੇ 'ਤੇ ਦੇਣਾ ਕਹਿ ਸਕਦੇ ਹਾਂ ਜੀ, ਠੀਕ ਹੈ ਕਿ ਨਹੀਂ। ਜਿਹੜੀ ਹੈ ਇਹ ਕੰਟਰੈਕਟ ਫਾਰਮਿੰਗ ਉਹਨੂੰ ਕਹਿੰਦੇ ਆ ਜੀ। ਉਹ ਕੰਟਰੈਕਟ ਫਾਰਮਿੰਗ ਦਾ ਐਕਟ ਜਿਹੜਾ, ਉਹਦੇ ਨਾਲ ਤੁਸੀਂ ਕਿਸੇ ਨਾਲ ਕਰ ਸਕਦੇ ਹੋ, ਕੰਟਰੈਕਟ ਕਰ ਸਕਦੇ ਹੋ, ਉਹ ਜ਼ਮੀਨ ਤੁਹਾਡੀ ਠੇਕੇ 'ਤੇ ਲੈ ਸਕਦਾ ਜੀ। ਹੁਣ ਇਹਨਾਂ ਬਾਰੇ ਲੋਕਾਂ ਨੂੰ ਭਰਮ ਭੁਲੇਖੇ ਆ ਜੀ, ਰਿਊਮਰਸ ਹੈਗੀਆਂ, ਐਪਰੀਹੈਂਸ਼ਨਸ ਹੈਗੀਆਂ। ਉਹਦੇ ਨਾਲ ਜਿਹੜੇ ਲੋਕ ਹੈ ਨਾ, ਉਹ ਬਿਨਾਂ ਪੜ੍ਹੇ ਤੋਂ, ਬਿਨਾਂ ਸੋਚੇ ਤੋਂ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰਿਆਂ ਨੇ ਨਹੀਂ, ਲੇਕਿਨ ਜਦ ਤੱਕ ਅਸੀਂ ਗੱਲ ਨਹੀਂ ਕਰਦੇ, ਜਿਵੇਂ ਹੁਣ ਜਿਹੜਾ ਕੰਟਰੈਕਟ ਫਾਰਮਿੰਗ ਐਕਟ ਹੈ, ਉਹਦੇ ਸੈਕਸ਼ਨ 8 ਦੇ ਵਿੱਚ ਲਿਖਿਆ ਕਿ ਕਿਸਾਨ ਦੀ ਜ਼ਮੀਨ ਦਾ ਕੋਈ ਕਬਜ਼ਾ ਨਹੀਂ ਲੈ ਸਕਦਾ, ਮਾਲਕ ਨਹੀਂ ਬਣ ਸਕਦਾ ਜੀ। ਦੂਜੀ ਗੱਲ, ਕੰਟਰੈਕਟ ਫਾਰਮਿੰਗ ਤਾਂ ਸਾਡੀ ਮਰਜ਼ੀ ਨਾਲ ਆ। ਅੱਜ ਵੀ ਜ਼ਿਮੀਂਦਾਰ ਠੇਕੇ 'ਤੇ ਦਿੰਦਾ ਜੀ, ਬਿਲਕੁਲ। ਜੇ ਉਹਨੂੰ ਕੋਈ ਧੱਕੇ ਨਾਲ ਥੋੜ੍ਹੀ ਠੇਕਾ ਲੈ ਲੇਗਾ। ਜੇ ਕਿਸੇ ਨੇ ਠੇਕਾ ਲੈਣਾ ਹੈ ਤੇ ਉਹਦੇ ਲਈ ਇੱਕ ਸ਼ਰਤਾਂ ਤਹਿਤ ਕਾਨੂੰਨ ਬਣਾ ਦਿੱਤਾ ਕਿ ਉਹ ਬੰਦਾ ਉਹਦੇ 'ਤੇ ਲੋਨ ਨਹੀਂ ਲੈ ਸਕਦਾ, ਉਹ ਕੁਝ ਨਹੀਂ ਕਰ ਸਕਦਾ। ਲੇਕਿਨ ਜਦੋਂ ਕੋਈ ਅਫਵਾਹ ਉਡਾਉਂਦਾ ਜੀ ਤੇ ਕੋਈ ਗੱਲ ਨਹੀਂ। ਦੂਜੀ ਗੱਲ ਹੈ ਕਿ ਮੰਡੀਕਰਨ ਲੋਕਾਂ ਦਾ ਹੈ ਕਿ ਇੱਥੋਂ ਨਹੀਂ, ਅੱਜ ਲੋਕੀ ਹਰਿਆਣੇ 'ਚ ਜਾਂਦੇ ਆ ਵੇਚਣ ਜੀ, ਪੈਡੀ ਜਿਹੜੀ ਆ ਸਾਡੀ ਝੋਨਾ। ਉਹ ਕਿਉਂ ਜਾਂਦੇ ਆ? ਕਿ ਉੱਥੇ ਰੇਟ ਜ਼ਿਆਦਾ ਮਿਲਦਾ। ਉੱਥੇ ਰੇਟ ਜ਼ਿਆਦਾ ਕਿਉਂ ਮਿਲਦਾ? ਉਹਨਾਂ ਨੇ ਹੁਣ ਬੰਦ ਕਰਤਾ ਵੀ ਨਹੀਂ, ਅਸੀਂ ਆਉਣ ਦਿਆਂਗੇ। ਸਟੇਟ ਨੇ ਆਪਣੀ ਆਰਡਰ ਸਟੇਟ ਪਾਸ ਕਰ ਸਕਦੇ। ਅਸੀਂ ਕਿਉਂ ਉੱਥੇ ਜਾਂਦੇ ਆ? ਕਿ ਸਾਡੇ ਇੰਡਸਟਰੀ ਹੈ ਨਹੀਂ, ਸਾਡੇ ਸ਼ੈਲਰ ਹੀ ਹੈ ਨਹੀਂ। ਕਿਤੇ ਨਾ ਕਿਤੇ ਸਰਕਾਰਾਂ ਦੀ ਗਲਤੀ ਨਹੀਂ, ਕਿਉਂਕਿ ਜਿਹੜਾ ਅਨੰਦਪੁਰ ਸਾਹਿਬ ਤੋਂ ਸਪੋਜ਼ ਤੁਸੀਂ ਲਾ ਲਓ, ਹੁਣ ਅਨੰਦਪੁਰ ਸਾਹਿਬ ਤੋਂ ਹਰਿਆਣਾ ਜਾਏਗਾ ਜਿਹੜਾ, ਉਹਨੂੰ ਰਸਤੇ 'ਚ ਕਿੰਨੇ ਚੁੰਗੀਆਂ ਪਏਗੀਆਂ, ਕਿੰਨੇ ਜਿਹੜੇ ਪੁਲਿਸ ਨਾਕੇ ਕੋਈ ਲੰਘਣੇ ਪਏਗੇ। ਕਿਉਂਕਿ ਹਾਲ ਹੀ ਤੁਸੀਂ ਦੇਖਦੇ ਹੋ ਵੀਡੀਓ ਮਿਲਦੀਆਂ ਨੇ, ਵਾਇਰਲ ਹੁੰਦੀਆਂ ਨੇ, ਚਾਹੇ ਉਹਦੇ 'ਚ ਹਿੱਸਾ ਮੰਗਦੇ ਨੇ, ਕੁਛ ਮੰਗਦੇ ਨੇ। ਅੱਜ ਇੱਕ ਮਾਮਲਾ ਆ ਜਿੱਥੇ ਕੰਬਾਈਨ ਵਾਲਿਆਂ ਤੋਂ ਪੁਲਿਸ ਵੱਲੋਂ ਰਿਸ਼ਵਤ ਮੰਗੀ ਗਈ ਸੀ, ਪਨੀ 8,000 ਕਿੰਨਾ ਮੰਗਿਆ ਗਿਆ ਸੀ। ਉਹ ਕਿਤੇ ਨਾ ਕਿਤੇ ਜਿਹੜਾ ਵੀ ਬਾਹਰ ਵੱਧ ਮੁੱਲ ਦੇ ਚੱਕਰ 'ਚ ਵੀ ਇੱਕ ਨੁਕਸਾਨ ਨਹੀਂ ਕਿਸਾਨਾਂ ਨੂੰ ਹੋਏਗਾ ਜੀ। ਦੇਖੋ, ਗੱਲ ਇਹ ਹੈ, ਮੈਂ ਬਾਹਰ ਜਾਣਾ ਨਹੀਂ ਚਾਹੀਦਾ, ਮੈਂ ਇਹ ਨਹੀਂ ਕਹਿੰਦਾ ਕਿ ਬਾਹਰ ਜਾਣਾ ਚਾਹੀਦਾ। ਬਿਲਕੁਲ। ਜਾਂ ਤਾਂ ਬਾਹਰ ਇੱਥੇ ਆਵੇ ਹਰਿਆਣੇ ਵਾਲਾ, ਇੱਥੋਂ ਖਰੀਦ ਕੇ ਲੈ ਜਾਏ, ਜ਼ਿਆਦਾ ਰੇਟ 'ਤੇ ਲਿਆ ਸਕਦਾ, ਉਹਨੂੰ ਕੋਈ ਰੋਕ ਨਹੀਂ ਸਕਦਾ ਜੀ। ਦੂਜੀ ਗੱਲ ਇਹ ਹੈ ਕਿ ਜਿਹੜਾ ਸਾਡਾ ਕਿਸਾਨ, ਅਸੀਂ ਇੱਥੇ ਕਿੰਨੀ ਕੁ ਇੰਡਸਟਰੀ ਲਾਈ ਜੀ, ਕਿੰਨੀ ਕੁ ਅਸੀਂ ਪ੍ਰਪੋਜ਼ਲ ਭੇਜੀ। ਮੈਂ ਥੋੜ੍ਹੇ ਦਿਨ ਪਹਿਲਾਂ ਸਾਡੇ ਮਾਨਯੋਗ ਕ੍ਰਿਸ਼ੀ ਮੰਤਰੀ ਜੀ ਨੂੰ, ਸ਼੍ਰੀ ਨਰਿੰਦਰ ਸਿੰਘ ਤੋਮਰ ਜੀ ਨੂੰ ਮਿਲਿਆ ਸੀ ਜੀ। ਉਹ ਮੈਨੂੰ ਕਹਿਣ ਲੱਗੇ, ਮੈਂ ਤੁਹਾਨੂੰ ਹੱਥ ਲਿਖਿਆ ਰਿਕਾਰਡ 'ਤੇ ਸ਼ੋਅ ਕਰ ਦਿੰਦਾ, ਕਿ ਤੁਸੀਂ ਜਿਹੜੇ ਅਸੀਂ ਕਿਹਾ ਜੀ ਤੁਸੀਂ ਕਣਕ ਤੇ ਝੋਨਾ ਹੀ ਖਰੀਦਦੇ ਹੋ ਜੀ। ਉਹ ਕਹਿੰਦਾ ਨਹੀਂ, ਅਸੀਂ ਤਾਂ ਦਾਲਾਂ ਵੀ ਖਰੀਦਦੇ ਹਾਂ ਜੀ, ਅਸੀਂ ਤਾਂ ਤਿਲਹਨ ਵੀ ਖਰੀਦਦੇ ਹਾਂ, ਲੇਕਿਨ ਤੁਹਾਡੀ ਪੰਜਾਬ ਸਰਕਾਰ ਦੀ ਕਦੇ ਪ੍ਰਪੋਜ਼ਲ ਹੀ ਨਹੀਂ ਆਈ ਜੀ ਵੀ ਤੁਸੀਂ ਖਰੀਦੋ।
ਹੁਣ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਪਿਛਲੇ 73 ਸਾਲ ਚੋਂ, ਮੈਂ ਇੱਕ ਦੀ ਨਹੀਂ ਕਹਿ ਰਿਹਾ, ਜਿਹੜੇ ਬੰਦੇ ਵੀ ਬੈਠੇ ਉਹ ਜਵਾਬ ਦੇਣ। ਪਰ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਡਾ ਜਿਹੜਾ ਅਕਾਲੀ ਭਾਜਪਾ ਦਾ ਗੱਠਜੋੜ ਸੀ, ਉਸ ਸਮੇਂ ਭਾਜਪਾ ਵੀ ਭਾਈਵਾਲ ਸੀ, ਪ੍ਰਪੋਜ਼ਲ ਤਾਂ ਉਹਨਾਂ ਵੱਲੋਂ ਵੀ ਨਹੀਂ ਰੱਖਿਆ ਗਿਆ। ਫਿਰ ਗੱਲ ਇਹ ਹੈ ਕਿ ਕ੍ਰਿਸ਼ੀ ਮੰਤਰਾਲਿਆ ਜਿਹੜਾ ਹੁੰਦਾ ਉਹ ਕਦੇ ਵੀ ਭਾਜਪਾ ਕੋਲ ਨਹੀਂ ਰਿਹਾ ਜੀ। ਖੇਤੀਬਾੜੀ ਵਿਭਾਗ ਦਾ ਮੰਤਰੀ ਕਿਤੇ ਨਹੀਂ ਰਿਹਾ। ਇੱਕ ਜਿਹੜੀ ਭਾਜਪਾ ਆ ਚੌਥੇ ਹਿੱਸੇ ਦੀ ਭਾਈਵਾਲ ਸੀ, ਤੇ ਚੌਥੇ ਹਿੱਸੇ ਵਾਲਾ ਤਾਂ ਜਿਹਨੂੰ ਸਾਡੇ ਪਿੰਡਾਂ 'ਚ ਸੀਰੀ ਕਹਿੰਦੇ ਹੁੰਦੇ ਆ ਵੀ ਇਹ ਉਹਨਾਂ ਦਾ ਸੇਵਾਦਾਰ ਹੀ ਹੁੰਦਾ। ਤੇ ਅਸੀਂ ਦੇਸ਼ ਦੇ ਹਿੱਤ ਵਿੱਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਭਾਈਵਾਲੀ ਪਾ ਕੇ ਬੈਠੇ ਸੀ ਜਿੱਥੇ ਅਸੀਂ ਸਿਰਫ ਸੀਰੀ ਵਾਲੇ ਸੀਗੇ, ਚੌਥਾ ਹਿੱਸਾ ਲੈਣ ਵਾਲੇ ਸੀਗੇ। ਤੇ ਚੌਥੇ ਹਿੱਸੇ ਦਾ ਭਾਈਵਾਲ ਤਾਂ ਅੱਧ ਦਾ ਹੁੰਦਾ, ਚੌਥੇ ਦੇ ਹਿੱਸੇ ਵਾਲਾ ਥੋੜੀ ਭਾਈਵਾਲ ਹੁੰਦਾ। ਅਸੀਂ ਉਹਨਾਂ ਦੇ ਨਾਲ ਇੱਕ ਜਿਹੜਾ ਗਠਬੰਧਨ ਜਿਹੜਾ ਸਮਾਜ ਦੇ ਭਲੇ ਵਾਸਤੇ ਨਿਭਾਇਆ, ਔਰ ਅਸੀਂ ਆਪਣੇ ਹਿੱਤਾਂ ਦੀ ਉਹਨਾਂ ਲਈ ਕੁਰਬਾਨੀ ਦਿੱਤੀ ਹੈ। ਇਹ ਸਾਡੀ ਵਜ੍ਹਾ ਸੀ ਉਹਨਾਂ ਦੇ ਨਾਲ ਜੁੜਨ ਦੀ। ਲੇਕਿਨ ਜਿਹੜੀ ਗੱਲ ਇਹ ਹੈ, ਮੈਂ ਕਦੇ ਵੀ ਜਿਹੜੀ ਹੈ ਆਪਣੀ ਜੀਵਨ ਦਾ ਇੱਕ ਹਿੱਸਾ ਹੈ ਕਿ ਮੈਂ ਢਹਿੰਦੀ ਕਲਾ ਦੀ ਗੱਲ ਨਹੀਂ ਕਰਦਾ ਜੀ। ਮੈਂ ਕਹਿੰਦਾ ਸਾਨੂੰ ਸ਼ੈਲਰ ਲਾਉਣੇ ਪੈਣੇ ਆ ਇੱਥੇ। ਜੇ ਅਸੀਂ ਪੈਡੀ ਗਰੋ ਕਰਨੀ ਹੈ ਤੇ ਜ਼ਿਮੀਂਦਾਰ ਨੂੰ ਵੇਚਣਾ ਆਉਣਾ ਚਾਹੀਦਾ ਜੀ। ਜੇ ਮੈਂ ਵੀ ਆਪਣੇ ਬਾਗ ਦੇ ਵਿੱਚੋਂ ਹਰ ਸਾਲ ਬੜਾ ਵੱਡਾ ਘਾਟਾ ਖਾਨਾ ਕਿਉਂਕਿ ਮੈਨੂੰ ਵੇਚਣਾ ਹੀ ਨਹੀਂ ਆਉਂਦਾ, ਮੈਂ ਠੇਕੇਦਾਰ ਦੇ ਡਿਪੈਂਡੈਂਟ ਹੈਗਾ, ਮੈਂ ਕਿਉਂ ਨਹੀਂ ਵੇਚ ਸਕਦਾ? ਉਹ ਜਿਹੜਾ ਜ਼ਿਮੀਂਦਾਰ ਹੈ ਜਦ ਤੱਕ ਉਹ ਆਪਣੀ ਚੀਜ਼ ਕੋਈ ਵੇਚ ਨਹੀਂ ਸਕਦਾ ਮੰਡੀ ਦੇ ਵਿੱਚ, ਤੇ ਮੈਂ ਸਮਝਦਾ ਉਹਨੂੰ ਉਸ ਚੀਜ਼ ਵਾਸਤੇ ਬੀਜਣਾ ਨਹੀਂ ਚਾਹੀਦਾ, ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਅਸੀਂ ਇੱਕ ਪਾਸੜ ਖੇਤੀਬਾੜੀ ਨਾਲ ਨੁਕਸਾਨ 'ਚ ਹੈ, ਸਾਨੂੰ ਜਿਹੜੀ ਹੈ ਮਾਰਕੀਟਿੰਗ ਵੀ ਆਉਣੀ ਚਾਹੀਦੀ ਹੈ। ਸੋ ਇਹ ਤਿੰਨੇ ਐਕਟਾਂ ਦੇ ਵਿੱਚ ਜਿਹੜੀ ਹੈ ਨਾ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਡਬਲ ਪ੍ਰਾਈਸ ਕਰਨਾ ਆ ਜੀ। ਅਸੀਂ ਇਸ ਵਾਰੀ 50% ਜਿਹੜੀ ਹੈ ਤੱਕ ਲੈ ਗਏ ਹਾਂ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇਹਦੇ ਵਿੱਚ ਅਮਲ 'ਚ ਲਿਆਂਦੀ ਗਈ ਹੈ। ਹੁਣ ਦਿੱਕਤ ਤਾਂ ਇਹ ਹੈ ਕਿ ਗਰਾਊਂਡ ਤੇ ਕੰਮ ਹੀ ਨਹੀਂ ਹੋਇਆ। ਜੇ ਗਰਾਊਂਡ ਤੇ ਕੰਮ ਵੀ ਤਾਂ ਕਰਨਾ ਪਏਗਾ ਨਾ ਜੀ। ਹੁਣ ਅਸੀਂ ਕਿਸਾਨ ਵੀਰ ਜਿਹੜੇ ਆ ਸਾਡੇ, ਉਹਨਾਂ ਨਾਲੋਂ ਵੱਧ ਰੌਲਾ ਉਹ ਲੋਕ ਪਾ ਰਹੇ ਸੀਗੇ ਜਿਹੜੇ ਲੋਕਾਂ ਦੇ ਕੋਲ 1 ਕਨਾਲ ਜ਼ਮੀਨ ਵੀ ਹੈ ਨਹੀਂ। ਸਾਰੀਆਂ ਤੋਂ ਬਾਹਾਂ ਖਿਲਾਰ ਕੇ ਰੌਲਾ ਪਾਉਂਦੇ ਸੀ। ਇੱਕ ਨੇ ਟਰੈਕਟਰ ਸਾੜ ਦਿੱਤਾ ਲਿਜਾ ਕੇ 2 ਥਾਂ ਤੇ। ਜੇ ਉਹਦਾ ਤੁਸੀਂ ਇਲੈਕਸ਼ਨ ਐਫੀਡੇਵਿਟ ਦੇਖ ਲਓ, ਰਿਕਾਰਡ ਤੇ ਹੈਗਾ, ਤੇ ਉਹਦੇ ਕੋਲ 1 ਕਨਾਲ ਵੀ ਜ਼ਮੀਨ ਨਹੀਂ ਹੈਗੀ ਵਾਹੀਯੋਗ। ਜਿਹੜਾ ਬੰਦਾ ਆਪ ਜ਼ਿਮੀਂਦਾਰ ਨਹੀਂ, ਜਿਹੜਾ ਬੰਦਾ ਇੱਕ ਪਾਰਟੀ ਦਾ ਨੁਮਾਇੰਦਾ ਬੜਾ ਵੱਡਾ ਬੋਲਦਾ ਇੱਥੇ ਸਾਡੇ ਇਲਾਕੇ ਨਾਲ ਵੀ, ਉਹਨੇ ਇਲੈਕਸ਼ਨ ਲੜੀ, ਇੱਥੇ ਮੰਤਰੀ ਰਿਹਾ, ਤੇ ਉਹਦੇ ਆਪਣੇ ਐਫੀਡੇਵਿਟ 'ਚ ਉਹਦੇ ਕੋਲ 1 ਕਨਾਲ ਜ਼ਮੀਨ ਨਹੀਂ ਹੈਗੀ ਜੀ। ਜਿਹੜਾ ਤੀਜਾ ਬੰਦਾ ਸੀਗਾ ਜਿਹੜਾ ਸਾਰਿਆਂ ਤੋਂ ਕਹਿੰਦਾ ਕਿ ਮੈਂ ਚੀਫ ਮਿਨਿਸਟਰ ਦਾ ਕੈਂਡੀਡੇਟ ਹੈ, ਉਹਦੇ ਸ਼੍ਰੀਮਾਨ ਜੀ ਦੇ ਉਹਦੇ ਨਾਲ ਵੀ 1 ਕਨਾਲ ਜ਼ਮੀਨ ਨਹੀਂ ਹੈਗੀ। ਸੋ ਹੁਣ ਗੱਲ ਕੀ ਹੈ ਕਿ ਜਿਹੜੇ ਆਪ ਹੀ ਫਾਰਮਰ ਨਹੀਂ ਜੀ, ਫਾਰਮਰਸ ਦੀ ਪ੍ਰੋਬਲਮਸ ਨਾਲ ਜਿਨ੍ਹਾਂ ਦਾ ਕੋਈ ਰਾਫਤਾ ਨਹੀਂ ਹੈਗਾ, ਉਹ ਰਾਜਨੀਤੀ ਕਰਨ ਨੂੰ ਆਏ ਹੋਏ ਆ। ਮੈਨੂੰ ਤਾਂ ਬੜਾ ਅਜੀਬ ਸਿਚੁਏਸ਼ਨ ਲੱਗਦੀ ਹੈ ਕਿ ਜਿਹੜੇ ਬੰਦਿਆਂ ਨੇ ਸਾਰੀ ਰੋਟੀ ਨੌਕਰੀ ਜਿਹੜੇ ਆ ਗੀਤ ਗਾ ਕੇ ਕਮਾਉਂਦੇ ਆ ਜੀ, ਉਸ ਕਿਸਾਨਾਂ ਦੇ ਆਗੂ ਬਣੇ ਹੋਏ ਆ। ਜਿਹੜੇ ਗਾਉਣ ਵਾਲੇ ਆ, ਵਜਾਉਣ ਵਾਲੇ ਆ, ਉਹ ਕੀ ਉੱਥੇ ਭਾਸ਼ਣ ਦੇ ਕੇ ਲੋਕਾਂ ਨੂੰ ਗੱਲ ਕਰਕੇ, ਮੈਨੂੰ ਬੜਾ ਦੁੱਖ ਹੋ ਰਿਹਾ ਸੀ। ਇੱਕ ਬੰਦੇ ਦੀ ਮੈਂ ਕਰਦਾ, ਉਹਨੇ ਕਿਹਾ ਵੀ ਕਿਸਾਨ ਆਪਣੀ ਫਸਲ ਆਪ ਦੇ ਵੇਚਣਗੇ, ਤੇ ਨਾਲ ਉਹਦੇ 'ਚ ਵੀਡੀਓ 'ਚ ਗੋਲੀਆਂ ਚੱਲਦੀਆਂ ਨੇ। ਤੁਸੀਂ ਵਟ ਮੈਸੇਜ ਯੂ ਵਾਂਟ ਟੂ ਗਿਵ ਟੂ ਦਾ ਫਾਰਮਰਸ ਜੀ। ਅਸੀਂ ਤਾਂ ਇੱਥੇ ਪੁਰਅਮਨ ਹੈਗਾ, ਅਸੀਂ ਅੱਗੇ ਇਹ ਗੋਲੀਆਂ ਚਲਾਉਂਦਿਆਂ ਨੇ ਆਪਣਾ ਸਾਰਾ ਪੰਜਾਬ ਲਹੂ ਲੁਹਾਨ ਕਰ ਲਿਆ। ਤੁਸੀਂ ਗੋਲੀਆਂ ਦੀ ਰਾਜਨੀਤੀ ਕਰੋਗੇ? ਗੱਲ ਤਾਂ ਇਹ ਹੈ ਕਿ ਫਸਲ ਜ਼ਿਆਦਾ ਹੋਵੇ, ਫਸਲ ਦਾ ਭਾਅ ਸਹੀ ਮਿਲੇ ਜੀ, ਔਰ ਫਸਲ ਜਿਹੜਾ ਆ ਕਿਸਾਨ ਜਿਹੜਾ ਅਮੀਰ ਬਣੇ, ਖੁਦਕਸ਼ੀਆਂ ਵਾਲੇ ਪਾਸੇ ਨਾ ਜਾਵੇ। ਜਿਹੜੀ ਗੱਲ ਮੋਦੀ ਸਾਹਿਬ ਨੇ ਕੀਤੀ ਹੈ ਕਿ ਮੈਂ ਡਬਲ ਕਰ ਦੇਣੀ ਹੈ ਇਨਕਮ, ਉਹਦੇ ਨਾਲ ਹੋ ਸਕਦਾ ਕੋਈ ਵੀ ਕਾਨੂੰਨ ਅੰਤਮ ਨਹੀਂ ਹੁੰਦਾ। ਜੇ ਪਹਿਲੇ ਇਹਦੇ ਕਾਨੂੰਨ 'ਚ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਰਹਿ ਗਈ ਸੀ ਤੇ ਇਹ ਅਮੈਂਡ ਹੋਇਆ। ਇਹ ਜਿਹੜਾ ਕੰਟਰੈਕਟ ਫਾਰਮਿੰਗ ਐਕਟ ਹੈ, ਦੂਜੇ ਐਕਟ ਹੈ, ਇਹ ਵੀ ਅਮੈਂਡ ਹੋਏ ਆ, ਤੇ ਇਹ ਪੰਜਾਬ ਦੇ ਵਿੱਚ ਆਲਰੇਡੀ ਲਾਗੂ ਸੀ। ਤੁਸੀਂ 2003 ਤੋਂ ਬਾਅਦ ਅੱਜ 17 ਸਾਲ ਹੋ ਗਏ ਜੀ, ਤੁਸੀਂ ਕੀ ਕੀਤਾ ਪੰਜਾਬ ਵਾਲਿਓ? ਜਵਾਬ ਦਿਓ। ਜਾਂ 2005 ਤੋਂ ਬਾਅਦ 15 ਸਾਲ ਹੋ ਗਏ। ਜਿਹੜਾ 2000 ਤੇ ਤੁਹਾਡਾ 13 ਵਾਲਾ ਐਕਟ ਹੈ ਜੀ, ਉਹਨੂੰ ਵੀ 7 ਸਾਲ ਹੋ ਗਏ ਮੰਡੀਕਰਨ ਦਾ ਐਕਟ। ਤੁਸੀਂ ਇਹ ਨਾ ਕਹੋ ਜੇ ਪੰਜਾਬ ਵਾਲੇ ਪਾਸ ਕਰਦੇ ਐਕਟ ਤੇ ਠੀਕ ਹੈ, ਜੇ ਦਿੱਲੀ ਵਾਲੇ ਪਾਸ ਕਰਦੇ ਨੇ ਉਹੀ ਐਕਟ ਤੇ ਗਲਤ ਹੈ। ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਕਿਉਂ ਕਨਫਿਊਜ਼ਨ ਹੈਗਾ। ਪਾਰਟੀਆਂ ਵਿਰੋਧ ਕਰ ਰਹੀਆਂ ਨੇ ਤੇ ਕਿਸਾਨ ਜਥੇਬੰਦੀਆਂ ਜਿਹੜੀ 28 ਤੋਂ 29 ਕਿਸਾਨ ਜਥੇਬੰਦੀਆਂ ਨੇ ਉਹ ਵੀ ਵਿਰੋਧ ਕਰ ਰਹੀਆਂ ਨੇ, ਤੇ ਇੱਕ ਬਣਦਾ ਨਹੀਂ ਸੀ ਕਿ ਜੇ ਕੇਂਦਰ ਨੇ ਫੈਸਲਾ ਲੈਣਾ ਸੀ, ਬਿੱਲਾਂ ਦੇ ਵਿੱਚ ਸੋਧ ਕਰਨੀ ਸੀ, ਚਾਹੇ ਤੁਸੀਂ ਕਹਿ ਰਹੇ ਹੋ ਬਿੱਲ ਸੋਧ ਕੀਤੇ ਗਏ ਨੇ, ਸੋਧ ਕਰਨੀ ਸੀ ਤਾਂ ਉਹਦੇ 'ਚ ਜਥੇਬੰਦੀਆਂ ਨੂੰ ਬੁਲਾਉਂਦੀ, ਚਾਹੇ ਪੰਜਾਬ ਤੋਂ ਬਾਹਰਲੇ ਜਿਹੜੇ ਸੂਬੇ ਨੇ
ਉਹਨਾਂ ਦੇ ਜਥੇਬੰਦੀਆਂ ਨੂੰ ਬੁਲਾ ਕੇ ਥੋੜਾ ਜਿਹਾ ਉਹਨਾਂ ਦੀ ਸੁਝਾਅ ਲੈਂਦੀ, ਕਿਉਂਕਿ ਅਕਾਲੀ ਦਲ ਵੀ ਇਹ ਕਹਿੰਦਾ ਰਿਹਾ ਵੀ ਸਾਡਾ ਜਿਹੜਾ ਹੈ ਕੇਂਦਰ ਬਿੱਲ ਤਾਂ ਹੀ ਪਾਸ ਕਰੇ ਜੇ ਕਿਸਾਨ ਜਥੇਬੰਦੀਆਂ ਦੇ ਪਹਿਲੇ ਜਿਹੜੇ ਸ਼ੰਕੇ ਨੇ ਉਹ ਦੂਰ ਕਰ ਦੇਵੇ। ਗੱਲ ਇਹ ਹੈ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਦੋਵੇਂ ਬਿੱਲ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ ਜੀ। ਕੰਟਰੈਕਟ ਫਾਰਮਿੰਗ ਐਕਟ 2015 ਦੇ 13 ਦੇ ਵਿੱਚ ਅਕਾਲੀ ਦਲ ਬਾਦਲ ਨੇ ਪਾਸ ਕੀਤਾ ਜੀ। ਹੁਣ ਉਹੀ ਕਹਿਣ ਵੀ ਇਹ ਦੀ ਸੇਮ ਐਕਟ ਸਿਮਿਲਰ ਐਕਟ ਸੈਂਟਰ ਗਵਰਨਮੈਂਟ ਨੇ ਪਾਸ ਕੀਤਾ। ਇਹ ਤਾਂ ਔਨ ਦੇ ਗਰਾਊਂਡ 7 ਸਾਲ ਤੋਂ ਐਕਟ ਹੈਗਾ ਜੀ। ਜਿਹੜਾ ਐਕਟ ਹੈ ਨਾ ਜੀ, ਇਹ 7 ਸਾਲ ਤੋਂ ਹੈ। ਜਿਹੜਾ ਮੰਡੀਕਰਨ ਐਕਟ ਹੈ ਉਹ 2003 ਤੋਂ ਹੈਗਾ। ਨਹੀਂ, ਉਹਦੇ ਵਿੱਚ ਉਹ ਫਿਰ 17 ਸਾਲ ਦਾ ਐਕਟ ਹੈ। ਐਮਐਸਪੀ ਦੀ ਗੱਲ ਹੈ, ਕਿਉਂਕਿ ਕਿਸਾਨ ਰੋਲਾ MSP ਨਾ ਪਹਿਲਾਂ ਬੰਦ ਹੋਈ ਜੀ, ਨਾ ਐਮਐਸਪੀ ਹੁਣ ਬੰਦ ਹੋਣੀ ਹੈ। ਮੈਂ ਤੁਹਾਨੂੰ ਔਨ ਰਿਕਾਰਡ ਜਿਹੜਾ ਸੁਖਬੀਰ ਬਾਦਲ ਜੀ ਨੂੰ ਲੈਟਰ ਜਿਹੜਾ ਉਹਨਾਂ ਨੇ ਲਿਖਿਆ ਹੈ, ਉਹਨਾਂ ਨੇ ਅਸ਼ੋਰ ਕੀਤਾ ਕਿ ਇਹਦੇ 'ਚ ਆ ਮੇਰੇ ਹੱਥ 'ਚ ਆ, ਤੁਸੀਂ ਦੇਖ ਸਕਦੇ ਹੋ। ਤੋਮਰ ਜੀ ਨੇ ਲਿਖਿਆ ਹੈ, ਉਹਨਾਂ ਨੇ ਲੈਟਰ ਦੇ ਵਿੱਚ ਉਹਨਾਂ ਨੂੰ ਕਲੀਅਰ ਕੀਤਾ ਜੁਲਾਈ ਦੇ ਵਿੱਚ ਕਿ ਐਮਐਸਪੀ ਇਜ਼ ਗੋਇੰਗ ਟੂ ਸਟੇ। ਨਹੀਂ, ਫਿਰ ਬਿੱਲਾਂ ਦੇ ਵਿੱਚ ਜਿਹੜਾ ਐਮਐਸਪੀ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਤੇ ਮੱਕੀ ਦੀ, ਕਿਉਂਕਿ ਫਸਲ ਹੁਣ ਮੱਕੀ ਦੀ ਭਰਾਈ ਹੋਈ ਆ, ਉਹਨਾਂ ਦੇ ਉੱਤੇ ਕਿਸਾਨਾਂ ਨੂੰ ਐਮਐਸਪੀ ਕਿਉਂ ਨਹੀਂ ਮਿਲ ਰਿਹਾ? ਕਿਉਂਕਿ 1800 ਦੇ ਕਰੀਬ ਐਮਐਸਪੀ ਮੰਨਿਆ ਜਾਂਦਾ ਆ ਤੇ ਉਹ ਫਸਲ ਦਾ ਰੇਟ 900 800 ਜਾਂ 1000 ਮਿਲਦਾ। ਦੇਖੋ ਇਹੀ ਗੱਲ ਹੈ ਜਿਹੜੀ ਆਪ ਜੀ ਦਾ ਸਵਾਲ ਹੈ, ਇਹਦੇ 'ਚ ਹੀ ਜਵਾਬ ਹੈ ਜੀ। ਇਹ ਐਕਟ ਬਣਨ ਦਾ ਕਾਰਨ ਵੀ ਇਹੀ ਹੈ ਕਿ ਜਿਹੜੇ ਬੰਦੇ ਬਾਹਰੋਂ ਆ ਕੇ ਖਰੀਦ ਲੈਣ, ਕਿ ਜਿਹੜੇ ਆੜਤੀਏ ਲੁੱਟ ਕਰ ਰਹੇ ਆ ਜੀ, ਸਹੀ ਭਾਅ ਨਹੀਂ ਮਿਲ ਰਿਹਾ ਜੀ। ਜਿਹੜੀ ਗੱਲ ਇਹ ਹੈ ਕਿ ਜਿਸ ਬੰਦੇ ਨੇ ਆਪਾਂ ਜੇ ਜਿਹੜੀ ਵੀ ਚੀਜ਼ ਵੇਚਣੀ ਹੈ ਉਹਦਾ ਬਾਇਰ ਤਾਂ ਸਾਨੂੰ ਦੇਖਣਾ ਪਏਗਾ। ਨਹੀਂ, ਫਿਰ ਬਾਇਰ ਤਾਂ ਬਾਹਰੋਂ ਵੀ ਆ ਜਾਏਗਾ ਜੀ। ਬਾਹਰੋਂ ਇਹ ਸਾਡਾ, ਕਿਉਂਕਿ ਕਿਸਾਨ ਔਰ ਆੜਤੀ ਦਾ ਕਹਿੰਦੇ ਨੇ ਵੀ ਹਾਂ ਵੀ ਜਿਵੇਂ 9 ਮਾਸ ਦਾ ਰਿਸ਼ਤਾ ਜਿਵੇਂ ਅਕਾਲੀ ਦਲ ਭਾਜਪਾ ਦਾ ਕਿਹਾ ਜਾਂਦਾ ਸੀ, ਉਸ ਤਰੀਕੇ ਨਾਲ ਕਿਸਾਨ ਔਰ ਆੜਤੀ ਦਾ ਵੀ ਦੇਖੀ ਜਾਂਦਾ ਹੈ। ਤੇ ਜੇ ਘਰ ਵਿੱਚ ਚਾਹੇ ਵਿਆਹ ਧਰਿਆ ਹੋਵੇ, ਟਰੈਕਟਰ ਲੈਣਾ ਹੋਵੇ, ਕੁਝ ਕਰਨਾ ਹੋਵੇ, ਉਹ ਆੜਤੀ ਕੋਲ ਮਿੰਟ ਲੱਗਦਾ ਸੀ ਵੀ ਹਾਂ ਵੀ ਉਹਦੇ ਤੋਂ ਜਿਹੜਾ ਪੈਸੇ ਲੈ ਲੈਂਦਾ ਸੀ ਉਧਾਰੇ ਚਾਹੇ ਜੀ। ਦੇਖੋ ਗੱਲ ਇਹ ਹੈ, ਪੈਸੇ ਤਾਂ ਬੈਂਕਾਂ ਤੇ ਵੀ ਜਿਹੜੀ ਆ ਲਿਮਿਟ ਬਣੀ ਹੋਈ ਆ ਜੀ। ਅਸੀਂ ਇਹ ਨਹੀਂ ਕਹਿੰਦੇ ਕਿ ਆੜਤੀ ਅਪਰਾਧੀ ਹੈ, ਆੜਤੀ ਮਾੜੇ ਆ, ਆੜਤੀ ਕ੍ਰਿਮੀਨਲ ਨਹੀਂ। ਆੜਤੀ ਦੀ ਕਿਸੇ ਜਾਤ ਕਿਸੇ ਵਿਅਕਤੀ ਦਾ ਵਿਰੋਧ ਨਹੀਂ ਕਰਦੇ ਜੀ। ਅਸੀਂ ਉਹ ਸਿਸਟਮ ਦਾ ਵਿਰੋਧ ਕਰਦੇ ਹਾਂ ਜਿਹਦੇ ਵਿੱਚ ਬੰਦਾ ਜਿਹੜਾ ਉਹਦੀ ਐਕਸਪਲੋਇਟੇਸ਼ਨ ਹੁੰਦੀ ਹੈ ਜੀ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਜ਼ਿਮੀਂਦਾਰ ਆ ਇਹ ਲਾਹੇਵੰਦ ਸੌਦਾ ਬਣੇ। ਬਾਹਰੋਂ ਵਪਾਰੀ ਆ ਕੇ, ਜੇ ਅਸੀਂ ਜੀ ਅਸਾਮ ਜਾ ਸਕਦੇ, ਅਸਾਮ ਦਾ ਵਪਾਰੀ ਤਾਂ ਇੱਥੇ ਆ ਸਕਦਾ। ਨਹੀਂ, ਵਪਾਰੀ ਜਦੋਂ ਆਂਦਾ ਆ, ਪਰ ਉਹ ਜਿਹੜਾ ਜੇ ਸਪੋਜ਼ ਹੁਣ, ਕਿਉਂਕਿ ਬੈਂਕਾਂ ਦੇ ਵਿੱਚ ਕਾਫੀ ਜਿਹੜੇ ਫਾਰਮੈਲਿਟੀਜ਼ ਆ ਕਰਨੀ ਪੈਂਦੀਆਂ ਨੇ ਜੇ ਆਪਣਾ ਤੁਸੀਂ ਲੋਨ ਲੈਣਾ ਆ, ਤੇ ਆੜਤੀ ਕੋਲ ਜਾ ਕੇ ਕਿਸਾਨਾਂ ਨੂੰ ਸੌਖਾ ਲੋਨ ਮਿਲ ਜਾਂਦਾ ਸੀ, ਤੇ ਉਹ ਕਿਤੇ ਨਾ ਕਿਤੇ 9 ਮਾਸ ਦਾ ਰਿਸ਼ਤਾ ਕਿਤੇ ਟੁੱਟੇਗਾ ਨਹੀਂ ਜੀ। ਉਹ ਦੇਖੋ ਜੇ ਤਾਂ ਭਾਈਚਾਰਾ ਟੁੱਟਣ ਵਾਲਾ ਤਾਂ ਕੋਈ ਸਵਾਲ ਨਹੀਂ ਪੈਦਾ ਹੁੰਦਾ। ਹੋ ਸਕਦਾ ਅੰਦਰ ਰਾਮ ਲਾਲ ਦੀ ਦੁਕਾਨ ਹੋਵੇ ਤੇ ਬਾਹਰ ਉਹਦਾ ਮੁੰਡਾ ਸ਼ਾਮ ਲਾਲ ਬੈਠਾ ਹੋਵੇ, ਇਸ ਤਰ੍ਹਾਂ ਦਾ ਵੀ ਮਾਹੌਲ ਬਣ ਸਕਦਾ ਜਿਸ ਤਰ੍ਹਾਂ ਦੇ ਇਹ ਨਵੇਂ ਐਕਟ ਆਏ ਆ। ਇਹਨਾਂ 'ਚ ਕੋਈ ਫਰਕ ਨਹੀਂ ਹੈਗਾ। ਦੂਜੀ ਗੱਲ ਹੈ, ਆੜਤੀ ਦਾ ਵਿਆਜ 24% ਹੈ ਜੀ। 2 ਰੁਪਈਆ ਸੈਂਕੜਾ ਆ ਹੁਣ ਵੀ ਜਿਹੜਾ ਆ ਜੀ। ਤੇ ਇਹ ਇਸ ਤੋਂ ਵੱਡਾ ਇੰਟਰਸਟ ਬੈਂਕ ਦਾ ਕਿਸੇ ਦਾ ਵੀ ਹੈ ਨਹੀਂ ਜੀ। ਬੈਂਕ ਦਾ ਮੈਕਸਿਮਮ ਜਿਹੜਾ 16-18% ਹੈ, ਲੇਕਿਨ ਆੜਤੀ ਦਾ 24% ਇੰਟਰਸਟ ਹੈ ਜੀ। ਸੋ ਉਹ ਜਿਹੜੀ ਹੈ ਨਾ, ਮੈਂ ਉਸ ਚੱਕਰ 'ਚ ਨਹੀਂ ਪੈਣਾ ਚਾਹੁੰਦਾ ਵੀ ਉਹ ਚੰਗਾ ਕਰਦੇ ਆ ਜਾਂ ਮਾੜਾ ਕਰਦੇ, ਉਹ ਆਪਣਾ ਬਿਜ਼ਨਸ ਕਰਦੇ ਆ। ਜਿਹਨੇ ਪੈਸੇ ਉਧਾਰ ਲੈਣੇ ਆ ਉਹਨੂੰ ਵੀ ਪਤਾ ਕਿ ਮੈਨੂੰ 24% ਵਿਆਜ ਦੇਣਾ ਪੈਣਾ, ਉਹ ਤਾਂ ਮਿਊਚੁਅਲ ਕੰਸੈਂਟ ਹੈਗਾ। ਅਸੀਂ ਤਾਂ ਇਹ ਵੀ ਕਹਿੰਦੇ ਵੀ ਆੜਤੀਆਂ ਦਾ ਜਿਹੜਾ ਵਿਆਜ ਆ ਉਹ ਵੀ ਨਿਸ਼ਚਿਤ ਹੋਣਾ ਚਾਹੀਦਾ ਜੀ, ਵੀ ਇੰਨੇ % ਹੀ ਇਹ ਲੈ ਸਕਣ। ਜਿੱਦਾਂ ਬੈਂਕ ਜੇ 14% ਲੈਂਦਾ ਹੈ ਤੇ ਆੜਤੀ ਵੀ 14% ਹੀ ਲਵੇ, ਕੋਈ ਗੱਲ ਨਹੀਂ। ਇਹ ਤਾਂ ਨੌਨ ਉਹ ਬੈਂਕਿੰਗ ਹੈਗੀ ਹੈ, ਦੂਜਾ ਹੈ। ਲੇਕਿਨ ਜਿਹੜੀ ਆਪਾਂ ਇਸ ਗੱਲ ਨੂੰ ਮੈਂ ਨਤੀਜੇ ਤੇ ਪਹੁੰਚਣਾ ਕਿ ਐਕਟਾਂ ਦੇ ਮੂਲ ਜਿਹੜਾ ਢਾਂਚਾ ਬਣਾਉਣ ਲੱਗਿਆ ਕੋਈ ਉਹਦੇ 'ਚ ਗਲਤ ਨਹੀਂ ਹੈਗਾ, ਲੇਕਿਨ ਕਈ ਚੀਜ਼ਾਂ ਸ਼ਾਇਦ ਸਰਕਾਰ ਲੋਕਾਂ ਨੂੰ ਬਿਆਨ ਨਹੀਂ ਕਰ ਸਕੀ। ਜਿਵੇਂ ਤੁਸੀਂ, ਸਾਡੇ ਇੱਕ ਰਿਵਾਜ ਹੈ, ਇੱਕ ਰਵਾਇਤ ਬਣੀ ਹੋਈ ਹੈ ਵੀ ਐਕਟ ਵਿਧਾਨ ਸਭਾਵਾਂ ਤੇ ਜਿਹੜੀਆਂ ਉਹ ਪਾਸ ਕਰਦੀਆਂ, ਲੋਕ ਸਭਾ ਰਾਜ ਸਭਾ ਪਾਸ ਕਰਦੀ ਹੈ। ਇਹ ਕਿਤੇ ਕੋਈ ਰਵਾਇਤ ਨਹੀਂ ਹੈਗੀ ਵੀ ਕੋਈ ਐਕਟ ਪਾਸ ਕਰਨ ਤੋਂ ਪਹਿਲਾਂ ਸੰਬੰਧਿਤ ਧਿਰਾਂ ਜਾਂ ਲੋਕਾਂ ਨਾਲ ਅਸੀਂ ਗੱਲ ਕਰੀਏ। ਇਹ ਰਵਾਇਤ ਹੀ ਨਹੀਂ ਹੈਗੀ। ਜੇ ਇਸ ਐਕਟ ਦੇ ਵਿੱਚ ਆਪਾਂ ਸੋਚੀਏ ਕਿ ਰਵਾਇਤ ਨਹੀਂ ਫਾਲੋ ਕੀਤੀ ਗਈ, ਦੇਰ ਇਜ਼ ਨੋ ਸੱਚ ਟ੍ਰੈਡੀਸ਼ਨ ਐਵਰ ਕਿ ਜਿਹੜੇ ਸੰਬੰਧਿਤ ਧਿਰਾਂ ਨਾਲ ਗੱਲ ਕੀਤੀ ਜਾਵੇ। ਜਿਹੜੇ ਸਾਡੇ ਪਲੈਨਿੰਗ ਕਮਿਸ਼ਨ ਦੇ ਵੀ ਡਿਪਟੀ ਰਹੇ ਆ ਇੱਥੋਂ, ਸਰ ਸਰਾਰਾ ਸਿੰਘ ਜੌਲ ਜੀ, ਜਿਹੜੇ ਵਾਈਸ ਚਾਂਸਲਰ ਰਹੇ ਸਰ ਮਨਜੀਤ ਸਿੰਘ ਕੰਗ ਐਗਰੀਕਲਚਰ ਯੂਨੀਵਰਸਿਟੀ ਵਾਲੇ, ਉਹਨਾਂ ਨੇ ਇਹ ਬਿੱਲਾਂ ਨੂੰ ਸਪੋਰਟ ਕੀਤਾ ਤੇ ਮੈਂ ਤਾਂ ਉਹਨਾਂ ਵਿਦਵਾਨਾਂ ਦਾ ਸਤਿਕਾਰ ਕਰਦਾ ਵੀ ਕੀ ਹੋਇਆ। ਲੇਕਿਨ ਦੇਰ ਇਜ਼ ਏ ਗੈਪ, ਸਰਕਾਰ ਦਾ ਤੇ ਲੋਕਾਂ ਦੇ ਵਿੱਚ ਗੈਪ ਹੈਗਾ। ਜਿਹੜਾ ਕੰਮ ਹੁੰਦਾ ਰਾਜਨੀਤਿਕ ਜਿਹੜੇ ਵਰਕਰਾਂ ਦਾ ਪੂਰਾ ਕਰਨ ਵਾਲਾ, ਜਾਂ ਜਿਹੜੇ ਸਮਾਜ ਸੇਵੀ ਆ ਉਹਨਾਂ ਦਾ ਕੰਮ ਪੂਰਾ ਹੁੰਦਾ, ਜਾਂ ਵਿਦਵਾਨਾਂ ਦਾ ਕੰਮ ਹੁੰਦਾ।
ਮੈਂ ਸਮਝਦਾ ਸਮਾਜ ਦੇ ਵਿੱਚ ਇਹ ਵੀ ਕਮਜ਼ੋਰੀਆਂ ਨੇ ਕਿ ਕੋਈ ਵੀ ਜਿਹੜੀ ਸਮੱਸਿਆ ਆ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਸਾਨੂੰ ਹੈਗਾ। ਹੁਣ ਲੋਕਾਂ ਨੂੰ ਸਭ ਤੋਂ ਵੱਡੀ ਚਿੰਤਾ ਹੈ ਕਿ ਜਿਹੜਾ ਇਹ ਐਸਡੀਐਮ ਨੂੰ ਅਧਿਕਾਰ ਦੇ ਦਿੱਤਾ, ਡੀਸੀ ਨੂੰ ਅਧਿਕਾਰ ਦੇ ਦਿੱਤਾ, ਫਿਰ ਉਸ ਤੋਂ ਅੱਗੇ ਕਮਿਸ਼ਨ ਕੋਲ ਚਲੇ ਗਏ, ਨੈਸ਼ਨਲ ਕਮਿਸ਼ਨ ਕੋਲ। ਤੇ ਇਹ ਤਾਂ ਜੀ ਐਸਡੀਐਮ ਤੇ ਡੀਸੀ ਤਾਂ ਜੀ ਸਰਕਾਰ ਦੇ ਆਖੇ ਲੱਗਦੇ ਆ ਜੀ। ਇਹ ਸ਼ੰਕਾ ਤਾਂ ਕਿਉਂਕਿ ਰਹੇਗਾ ਪਹਿਲੀ ਗੱਲ, ਕਿਉਂਕਿ ਸਰਕਾਰਾਂ ਤੋਂ ਵੱਧ ਸਰਮਾਏਦਾਰ ਜਿਹੜੇ ਫੰਡਿੰਗ ਕਰਦੇ ਨੇ, ਇਨਡਾਇਰੈਕਟਲੀ ਕਹਿ ਸਕਦੇ ਆ ਵੀ ਸਰਕਾਰਾਂ ਨੂੰ, ਚਾਹੇ ਆਪਣਾ ਕਿਸੇ ਵੀ ਪਾਰਟੀ ਨੂੰ, ਵੀ ਉਹ ਡੀਸੀ ਜਾਂ ਐਸਡੀਐਮ ਉਹਨਾਂ ਦੀ ਵੱਧ ਮੰਨਣਗੇ ਜਾਂ ਇੱਕ ਕਿਸਾਨ ਜੋ ਪਿੰਡ 'ਚ ਉੱਠ ਕੇ ਕਿੱਲੇ। ਕਿੱਡੀ ਵੱਡੀ ਸਮਾਜ ਦੀ ਗਿਰਾਵਟ ਦੀ ਗੱਲ ਤੁਸੀਂ ਕੀਤੀ ਹੈ ਜੀ। ਬਿਲਕੁਲ ਕਿ ਆਈਏਐਸ ਅਫਸਰ ਜਿਹੜੇ ਸੈਂਟਰ ਤੋਂ ਚੁਣ ਕੇ ਆਏ ਜਾਂਦੇ, ਸਿਲੈਕਸ਼ਨ ਹੁੰਦੀ, ਪਾਸ ਹੁੰਦੇ ਆ, ਜਾਂ ਐਸਡੀਐਮ ਜਿਹੜਾ ਪੀਸੀਐਸ ਅਫਸਰ ਹੈਗਾ ਜੀ, ਉਹਨਾਂ ਦੇ ਬਾਰੇ ਲੋਕਾਂ ਨੂੰ ਇਹ, ਉਹਨਾਂ ਦੀ ਸੰਸਥਾ ਜਿਹੜੀ ਹੈ ਉਹਦੇ ਬਾਰੇ ਲੋਕਾਂ ਨੂੰ ਇਹ ਇਤਬਾਰ ਨਹੀਂ ਕਿ ਇਹ ਨਿਰਪੱਖ ਹੈਗੇ ਆ, ਕਿਸੇ ਨੂੰ ਇਤਬਾਰ ਨਹੀਂ ਕਿ ਇਹ ਚੰਗਾ ਕੰਮ ਕਰਨਗੇ। ਸੋ ਇਹ ਸੰਸਥਾਵਾਂ ਦੀ ਫੇਲੀਅਰ ਜਿਹੜੀ ਹੈ ਨਾ, ਇਹ ਤਾਂ ਫਿਰ ਸਾਰੀ ਸਿਸਟਮ ਹੀ ਕੋਲੈਪਸ ਕਰ ਗਿਆ। ਨਹੀਂ, ਇਹ ਸਿਸਟਮ ਦੀ ਹੀ ਗੱਲ ਕਰ ਰਹੇ ਹਾਂ, ਕਿਉਂਕਿ ਸਿਸਟਮ 'ਚ ਹੁੰਦਾ ਆਇਆ ਆ। ਠੀਕ ਹੈ ਜੀ, ਕਿਉਂਕਿ ਐਸਡੀਐਮ ਜਾਂ ਆਪਣਾ ਡੀਸੀ ਨੂੰ ਇਹ ਖਦਸ਼ਾ ਰਹੇਗਾ ਕਿ ਜੇ ਉਹ ਗੱਲ ਨਹੀਂ ਮੰਨਦਾ ਤਾਂ ਉਹਦਾ ਟਰਾਂਸਫਰ ਕੀਤਾ ਜਾਏਗਾ ਜਾਂ ਕਿਤੇ ਦੂਰ ਉਹਨੂੰ ਭੇਜ ਦਿੱਤਾ ਜਾਏਗਾ। ਦੇਖੋ ਗੱਲ ਇਹ ਆ, ਜਿੱਥੋਂ ਤੱਕ ਤਾਂ ਆਈਏਐਸ ਤੇ ਆਈਪੀਐਸ ਅਫਸਰਾਂ ਦੀ ਗੱਲ ਹੈ ਜੀ, 67% ਬਾਹਰਲੇ ਅਫਸਰ ਆਉਂਦੇ ਆ ਜੀ। ਬਿਲਕੁਲ 33% ਹੁੰਦੇ ਸਟੇਟ ਦੇ। ਗਵਰਨਮੈਂਟ ਨੇ ਇਸੇ ਕਰਕੇ ਬਣਾਇਆ ਸੀ ਵੀ ਜਿਹੜਾ ਬੰਦਾ ਯੂਪੀ ਬਿਹਾਰ ਤੋਂ ਆ ਗਿਆ ਉਹਦੇ ਲਈ ਰੋਪੜ ਤੇ ਬਠਿੰਡੇ 'ਚ ਕੀ ਫਰਕ ਹੈ। ਬਿਲਕੁਲ ਹਾਂਜੀ, ਉਹਨੂੰ ਆਪਣੇ ਅੰਦਰੋਂ ਇੰਨੀ ਹਿੰਮਤ ਪੈਦਾ ਕਰਨੀ ਚਾਹੀਦੀ ਹੈ ਕਿ ਉਹ ਸੱਚ ਕਰੇ, ਇਨਸਾਫ ਕਰੇ। ਔਰ ਜੇਕਰ ਇਹਨਾਂ ਲੋਕਾਂ ਦੇ, ਉਹਨਾਂ ਦੇ ਪ੍ਰਤੀ ਇਹ ਸ਼ੰਕੇ ਹੈ ਕਿ ਇਹ ਜਵਾਬ ਨਹੀਂ ਦੇ ਸਕਦੀਆਂ, ਮੈਂ ਉਹ ਸਮਝਦਾ ਉਹਨਾਂ ਸੰਸਥਾਵਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਉਹਨਾਂ ਵਿਅਕਤੀਆਂ ਨੂੰ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਮੈਂ ਵੀ ਸਰਵਿਸ ਕੀਤੀ ਹੈ, ਮੈਂ ਵੀ ਇੱਕ ਆਪਣਾ ਪ੍ਰਣ ਕੀਤਾ ਸੀ ਕਿ ਲੋਕ ਪੁਲਿਸ ਨੂੰ ਚੰਗਾ ਨਹੀਂ ਸਮਝਦੇ, ਲੇਕਿਨ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਪੇਸ਼ ਕਰਾਂਗਾ ਕਿ ਲੋਕ ਜਿਹੜੇ ਆ ਮੈਨੂੰ ਬੁਰਾ ਨਾ ਕਹਿਣ ਜੀ। ਸੋ ਜਿੱਥੇ ਵੀ ਰਹੇ ਆ, ਇਸ ਮਿਸ਼ਨ ਨੂੰ ਲੈ ਕੇ ਨੌਕਰੀ ਸ਼ੁਰੂ ਕੀਤੀ ਸੀ, ਉਸੇ ਮਿਸ਼ਨ ਦੀ ਪੂਰਤੀ ਨਾਲ ਨੌਕਰੀ ਖਤਮ ਕੀਤੀ ਹੈ ਕਿ ਲੋਕਾਂ ਦਾ ਵਿਸ਼ਵਾਸ ਜਿੱਤਿਆ, ਸੱਚ ਨਾਲ ਖੜੇ ਹੋਏ ਆ ਤੇ ਸੱਚ ਦੀ ਗੱਲ ਕਰਦੇ ਆ। ਇਹਨਾਂ ਸੰਸਥਾਵਾਂ ਦੇ ਵੀ ਜਿਹੜੇ ਅਫਸਰ ਹੈ, ਇਹਨਾਂ ਨੂੰ ਆਪਣਾ ਕਿਰਦਾਰ ਇੰਨਾ ਉੱਚਾ ਕਰਨਾ ਚਾਹੀਦਾ ਕਿ ਲੋਕਾਂ ਦਾ ਵਿਸ਼ਵਾਸ ਇਹਨਾਂ ਤੇ ਬਣੇ। ਇਸ ਗੱਲ 'ਚ ਇਹਨਾਂ ਦੀ ਕਮਜ਼ੋਰੀ ਹੈ, ਇਹ ਮੰਨਣ ਵਾਲੀ ਗੱਲ ਹੈਗੀ ਹੈ। ਸੋ ਬੇਸਿਕਲੀ ਦੇਰ ਇਜ਼ ਨਥਿੰਗ ਰੋਂਗ ਵਿਦ ਦੀ ਲਾਸ। ਇੰਪਲੀਮੈਂਟੇਸ਼ਨ ਦਾ ਡਰ ਹੈ ਲੋਕਾਂ ਨੂੰ ਜੀ, ਬਾਹਰਲੇ ਵਪਾਰੀਆਂ ਦਾ ਡਰ ਹੈ। ਇਹ ਸ਼ੰਕੇ ਦੂਰ ਕਰਨੇ ਸਾਡਾ ਵੀ, ਸਾਡੀ ਪਾਰਟੀ ਦਾ ਵੀ ਤੇ ਸਾਡੀ ਸਰਕਾਰ ਦਾ ਕੰਮ ਹੈ। ਇਸੇ ਸ਼ੰਕੇ ਦੂਰ ਕਰਨ ਲਈ, ਯਾਰ ਇਹਦੇ 'ਚ ਬਿਹਤਰ ਕਰਨ ਲਈ, ਲੋਕ ਭਾਵਨਾਵਾਂ ਕਿ ਮੈਂ ਨੈਸ਼ਨਲ ਇਹਨਾਂ ਦਾ ਸਪੋਕਸ ਪਰਸਨ ਹੈਗਾ, ਮੇਰੀਆਂ ਦੋ ਜ਼ਿੰਮੇਵਾਰੀਆਂ ਨੇ। ਇੱਕ ਤਾਂ ਸਰਕਾਰ ਦੀ ਗੱਲ ਲੋਕਾਂ 'ਚ ਲੈ ਕੇ ਜਾਵਾਂ, ਦੂਜੀ ਗੱਲ ਹੈ ਇਹ ਤਾਂ ਟੈਲੀਵਿਜ਼ਨ ਤੇ ਵੀ ਲੈ ਕੇ ਜਾਵਾਂ, ਰੇਡੀਓ ਤੇ ਵੀ ਲੈ ਕੇ ਜਾਵਾਂ ਜਿੱਥੇ ਮੌਕਾ ਮਿਲੇ। ਲੇਕਿਨ ਜਿਹੜੀ ਲੋਕਾਂ ਦੀ ਗੱਲ ਹੈ ਨਾ, ਉਹ ਵੀ ਸਰਕਾਰ ਦੇ ਧਿਆਨ 'ਚ ਲਿਆਵਾਂ, ਭਾਵੇਂ ਉਹਦਾ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ। ਸੋ ਮੇਰਾ ਹਮੇਸ਼ਾ ਹੀ ਇਹ ਹੁੰਦਾ ਕਿ ਮੈਂ ਇਹੀ ਕੰਮ ਕਰਾਂ ਕਿ ਸਰਕਾਰ ਦੀ ਗੱਲ ਤੁਹਾਡੇ ਸਾਹਮਣੇ ਰੱਖਾਂ, ਤੁਹਾਡੀ ਗੱਲ ਜਿਹੜੀ ਹੈ ਉਹ ਸਰਕਾਰ ਦੇ ਸਾਹਮਣੇ ਰੱਖਾਂ। ਇਸੇ ਲਈ ਜਿਹੜੀ ਹੈ ਨਾ ਮੇਰੀ ਜ਼ਿੰਮੇਵਾਰੀ ਤਾਂ ਪੂਰੀ ਹੋਏਗੀ। ਮੈਂ ਲੋਕ ਭਾਵਨਾਵਾਂ ਸਮਝਣਾ, ਮੈਂ ਸਮਝਣਾ ਲੋਕਾਂ ਨੂੰ ਸ਼ਾਂਤ ਕਰਨਾ ਪਏਗਾ, ਮੈਂ ਸਮਝਣਾ ਲੋਕਾਂ ਨਾਲ ਗੱਲ ਕਰਨੀ ਪਏਗੀ ਤੇ ਲੋਕਾਂ ਦੀਆਂ ਗੱਲਾਂ ਦਾ ਜਿਹੜਾ ਜਵਾਬ ਅਸੀਂ ਸਾਹਮਣੇ ਸਪਸ਼ਟ ਕਰ ਸਕਦੇ ਹਾਂ ਤੇ ਤਾਂ ਹੀ ਹੋਏਗਾ ਜੇ ਗੱਲਬਾਤ ਹੋਏਗੀ। ਕਿਤੇ ਇਹ ਤਾਂ ਨਹੀਂ ਵੀ ਹਾਂ ਵੀ ਤੁਹਾਨੂੰ, ਕਿਉਂਕਿ ਐਨ ਮੌਕੇ ਤੇ ਕੌਮੀ ਬੁਲਾਰਾ ਬਣਾਇਆ ਗਿਆ ਭਾਜਪਾ ਦਾ, ਜਦੋਂ ਕਿ ਬਿੱਲ ਪਾਸ ਕੀਤੇ ਗਏ ਸੀ ਉਸ ਮੌਕੇ ਕੌਮੀ ਬੁਲਾਰਾ ਬਣਾਉਣਾ ਕਿਤੇ ਨਾ ਕਿਤੇ ਇਹ ਤਾਂ ਨਹੀਂ ਵੀ ਪੰਜਾਬ 'ਚ ਵਿਰੋਧ ਚੱਲ ਰਿਹਾ ਸੀ, ਉਹਨੂੰ ਕਿਤੇ ਨਾ ਕਿਤੇ ਰੋਕਿਆ ਜਾ ਸਕੇ। ਨਹੀਂ, ਦੇਖੋ ਕੌਮੀ ਬੁਲਾਰੇ ਬਣਾਉਣ ਵਾਲੀ ਗੱਲ ਜਿਹੜੀ ਹੈ ਨਾ, ਇਹ ਪਾਰਟੀ ਨੇ ਪੂਰੀ ਦੀ ਪੂਰੀ ਇੱਕ ਨਵਾਂ ਸੰਗਠਨ ਬਣਿਆ ਜੀ, ਜਿਹਦੇ ਸਾਰੇ ਵਾਈਸ ਪ੍ਰੈਜ਼ੀਡੈਂਟ, ਜਨਰਲ ਸੈਕਟਰੀ, ਬਹੁਤ ਸਾਰੇ ਨਵੇਂ ਆਏ, ਸਪੋਕਸ ਪਰਸਨ ਵੀ ਨਵੇਂ ਆਏ ਤੇ ਇਸ ਕਰਕੇ ਮੈਨੂੰ ਵੀ ਮੌਕਾ ਦਿੱਤਾ ਗਿਆ। ਮੈਂ ਤਾਂ ਹਮੇਸ਼ਾ ਸੱਚ ਬੋਲਣ ਵਾਲਾ ਵਿਅਕਤੀ ਹਾਂ। ਮੈਨੂੰ ਇਹ ਵੀ ਪਤਾ ਕਿ ਮੈਂ ਜਿੰਨਾ ਪਾਰਟੀ ਨੂੰ ਜਵਾਬਦੇਹ ਹੈ, ਉਸ ਤੋਂ ਜ਼ਿਆਦਾ ਆਪਣੇ ਸਮਾਜ ਨੂੰ ਵੀ ਜਵਾਬਦੇਹ ਹਾਂ, ਲੋਕਾਂ ਨੂੰ ਵੀ ਜਵਾਬਦੇਹ ਹਾਂ। ਸੋ ਮੈਨੂੰ ਬਣਾਉਣ ਦਾ ਵਿੱਚ ਉਹਨਾਂ ਦੀ ਬੜੀ ਮਿਹਰਬਾਨੀ ਹੈ, ਮੋਦੀ ਜੀ ਦੀ ਜਾਂ ਨੱਡਾ ਸਾਹਿਬ ਦੀ ਜਾਂ BL ਸੰਤੋਸ਼ ਜੀ ਦੀ, ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ। ਤੇ ਮੈਂ ਤਾਂ ਹਮੇਸ਼ਾ ਹੀ ਸੱਚ ਦੇ ਮਾਰਗ ਤੇ ਚੱਲਣ ਵਾਲਾ ਬੰਦਾ ਹੈ ਤੇ ਝੂਠ ਦਾ ਤੇ ਨਾ ਅੱਜ ਤੇ ਬੋਲਿਆ ਤੇ ਨਾ ਅੱਗੇ ਨੂੰ ਬੋਲਣਾ ਹੈ। ਤੇ
ਤੁਸੀਂ ਕਿਹਾ ਵੀ ਹਾਂ ਵੀ ਸਟੋਰੇਜ ਕਰਨ ਦੀ ਜਿਹੜੀ ਆਗਿਆ ਦਿੱਤੀ ਹੈ ਕਿ ਵੱਧ ਤੋਂ ਵੱਧ ਸਟੋਰੇਜ ਕਰ ਸਕਦੇ ਨੇ, ਪਰ ਕਿਤੇ ਨਾ ਕਿਤੇ ਖਦਸ਼ਾ ਨਹੀਂ ਵੀ ਹਾਂ ਵੀ ਇਹਦੇ ਨਾਲ ਇੱਕ ਬਲੈਕ ਮਾਰਕੀਟ ਸਾਹਮਣੇ ਨਿਕਲ ਕੇ ਆਏਗੀ, ਵੀ ਕਾਲਾ ਬਾਜ਼ਾਰੀ ਸਾਹਮਣੇ ਆਏਗੀ, ਕਿਉਂਕਿ ਸਟੋਰ ਕਰ ਲੈਣਗੇ, ਕਿਸਾਨਾਂ ਤੋਂ ਚੱਕਿਆ ਜਾਂਦਾ ਮਾਮਲਾ ਜੇ ਆਲੂ ਕਹੇ ਜਾਣ 5 ਜਾਂ 6 ਰੁਪਏ ਤੇ ਅੱਜ ਦੇ ਟਾਈਮ 'ਚ ਵਿਕ ਰਹੇ 40 ਰੁਪਏ ਕਿਲੋ। ਗੱਲ ਇਹ ਹੈ, ਮੈਂ ਤੁਹਾਨੂੰ ਦੱਸਿਆ ਕਿ ਕਿਸਾਨ ਦੀ ਐਕਸਪਲੋਇਟੇਸ਼ਨ ਦਾ ਮੂਲ ਕਾਰਨ ਇਹ ਹੈ ਕਿ ਕਿਸਾਨ ਆਪਣੀ ਚੀਜ਼ ਵੇਚ ਨਹੀਂ ਸਕਦਾ ਜੀ। ਮੈਂ ਤੁਹਾਨੂੰ ਦੋ ਗੱਲਾਂ ਬਿਲਕੁਲ, ਇੱਕ ਤਾਂ ਆਪਣੇ ਘਰ ਦੀ ਸੁਣਾਵਾਂਗਾ ਜੀ। ਹਾਂਜੀ, ਮੇਰੇ ਘਰ ਤੁਸੀਂ ਬਾਹਰ ਚਲੋ 10 ਕੁ ਬੂਟੇ ਨਿੰਬੂਆਂ ਦੇ ਆ ਜੀ। ਜਿਨ੍ਹਾਂ 'ਚ ਇਸ ਵਾਰੀ ਕਾਫੀ ਫਲ ਲੱਗਾ ਹੋਇਆ। ਜੀ। ਮੇਰੀ ਵਾਈਫ ਇੱਕ ਦਿਨ ਗਈ, ਸਰਦਾਰਨੀ ਨੇ ਜਾ ਕੇ ਇੱਕ ਰੇਹੜੀ ਵਾਲੇ ਨੂੰ ਪੁੱਛਿਆ, ਕੁਦਰਤੀ ਇੱਥੇ ਖੜੇ ਸੀਗੇ, ਤੇ ਉਹਨੂੰ ਪੁੱਛਿਆ ਵੀ ਕੀ ਭਾਅ ਆ, ਉਹ ਕਹਿੰਦਾ ਵੀ 40 ਰੁਪਏ ਭਾਅ ਆ ਨਿੰਬੂ। ਜੀ। ਉਹ ਕਹਿਣ ਲੱਗੇ ਵੀ ਜੇ ਤੁਸੀਂ ਲੈਣੇ ਹੋਣ, ਹਾਂਜੀ, ਤੇ ਫਿਰ ਉਹ ਕਹਿਣ ਲੱਗਾ 40 ਰੁਪਏ ਕਿਲੋ ਹੈ। ਜੀ। ਹਾਂਜੀ, ਇਹ ਇੱਥੇ ਨੂਰਪੁਰ ਬੇਦੀ ਦੇ ਇਲਾਕੇ ਦੀ ਗੱਲ ਹੈ, ਮੈਂ ਬਾਹਰ ਦੀ ਨਹੀਂ ਗੱਲ ਕਰ ਰਿਹਾ ਜੀ। ਇੰਨਾ ਗੈਪ ਹੈ ਫਾਰਮਰ ਦਾ ਤੇ ਜਿਹੜਾ ਰਿਟੇਲਰ ਦਾ। ਜੀ। ਜੇ ਮੈਂ ਮੰਡੀ 'ਚ ਵੀ ਲੈ ਕੇ ਜਾਵਾਂ ਤੇ ਮੈਨੂੰ 40 ਰੁਪਏ ਤੋਂ ਵੱਧ ਨਹੀਂ ਮਿਲਣੇ। ਜੀ। ਹਾਂਜੀ, ਉੱਥੇ ਆੜਤੀਏ ਦਾ ਜਿਹੜਾ ਤਰੀਕਾ ਹੈਗਾ ਉਹ ਰੇਹੜੀਆਂ ਵਾਲੇ ਪੱਖੀ ਆ, ਜੀ, ਨਾ ਕਿ ਕਿਸਾਨ ਪੱਖੀ। ਇੱਕ ਦਿਨ ਮੈਨੂੰ ਇੱਕ ਬੰਦਾ ਦੱਸ ਰਿਹਾ ਸੀਗਾ, ਜਿਹੜਾ ਮੈਂ ਨਾਂ ਵੀ ਲੈ ਕੇ ਕਹਿੰਦਾ, ਸਾਡੇ ਕਾਂਗਰਸ ਦਾ ਇੱਥੇ ਰਹੇ ਆ ਬਲਾਕ ਦੇ ਪ੍ਰੈਜ਼ੀਡੈਂਟ, ਸੈੜੀ ਮਾਜਰੇ ਪਿੰਡ ਦੇ ਰਹਿਣ ਵਾਲੇ ਆ, ਉਹਨਾਂ ਦੀ ਮਾਤਾ ਜੀ ਦੀ ਡੈਥ ਹੋ ਗਈ। ਉਹਨਾਂ ਦਾ ਬ੍ਰਦਰ ਦੱਸ ਰਿਹਾ ਸੀ ਕਿ ਮੈਂ 40 ਕਿਲੋ ਭਿੰਡੀਆਂ ਤੋੜੀਆਂ ਜੀ, ਤੇ 200 ਰੁਪਇਆ ਤੁੜਾਈ ਦਿੱਤੀ। ਜਦੋਂ ਮੈਂ ਨੂਰਪੁਰ ਮੰਡੀ 'ਚ ਵੇਚ ਕੇ ਆਇਆ ਸਵੇਰੇ ਤੇ 240 ਰੁਪਏ ਦੀਆਂ ਵਿਕੀਆਂ। ਉਹਨੂੰ ਕਿਸਾਨ ਨੂੰ ਜ਼ਮੀਨ ਦਾ, ਬੀਜ ਦਾ ਤੇ ਫਸਲ ਦਾ 1 ਰੁਪਈਆ ਕਿਲੋ ਮਿਲਿਆ ਜੀ, ਤੇ 5 ਰੁਪਏ ਕਿਲੋ ਤਾਂ ਤੋੜਨ ਵਾਲੇ ਲੱਗ ਗਏ ਜੀ, ਤੇ ਜਿਹੜਾ ਉਹੀ ਜਿਹੜੀ ਭਿੰਡੀ ਹੈ ਉਹ ਮੰਡੀ ਦੇ ਵਿੱਚ 35 ਰੁਪਏ ਕਿਲੋ ਵਿਕਦੀ ਹੈ ਨੂਰਪੁਰੀ। ਹੁਣ ਗੱਲ ਇਹ ਹੈ, ਇਹਦੇ 'ਚ ਕੌਣ ਕਸੂਰਵਾਰ ਹੈ, ਇਹ ਸਾਨੂੰ ਦੇਖਣਾ ਪਏਗਾ। ਅਸੀਂ ਵੀ ਦੇਖਦੇ ਹਾਂ ਕਿ ਸਾਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਲਾਣੀ ਚਾਹੀਦੀ ਹੈ। ਅਸੀਂ ਜੇ ਨਿੰਬੂ ਹੈ ਤੇ ਸਾਨੂੰ ਚਾਹੀਦਾ ਅਸੀਂ ਨਿੰਬੂ ਦਾ ਅਚਾਰ ਪਾ ਕੇ ਵੇਚੀਏ। ਜੀ। ਅਸੀਂ ਕਿਉਂ ਵੇਚੀਏ ਇਹਨੂੰ, ਜਿਹੜੇ ਜੇ 40 ਰੁਪਏ ਕਿਲੋ ਅਸੀਂ ਕਿਉਂ ਦਈਏ? ਉਹੀ ਸਾਡੇ ਕੋਲੋਂ ਲੈ ਕੇ ਉਹਨੇ 150 ਰੁਪਏ ਕਿਲੋ 160 ਰੁਪਏ ਕਿਲੋ ਵੇਚਣੇ ਆ। ਸੋ ਇਹ ਕਿਸਾਨਾਂ ਨੂੰ ਨਾ ਸਿਆਣਾ ਹੋਣਾ ਪਏਗਾ। ਸਾਡੇ ਨਾਲ ਰੋਜ਼ ਹਰ ਸਾਲ ਹੁੰਦੀ ਹੈ, ਗਰੁੱਪ ਆਫ ਠੇਕੇਦਾਰ ਆਉਂਦਾ, ਇੱਕ ਸੌਦੇ ਦੀ ਗੱਲ ਕਰ ਜਾਂਦਾ, ਜੀ ਮੈਂ 10 ਲੱਖ ਦਿਆਂਗਾ, ਮੁੜ ਕੇ ਉਹ ਆਉਂਦਾ ਨਹੀਂ, ਦੂਜਾ ਆਉਂਦਾ ਜੀ 8 ਤੇ ਲੈ ਲਓ, ਅਖੀਰ ਸਾਨੂੰ ਲੁੱਟ ਕੇ ਲੈ ਕੇ ਜਾਂਦੇ ਆ ਔਰ ਸਾਡੇ ਸਾਹਮਣੇ ਸਾਡੇ ਨਾਲ ਗੱਲਾਂ ਕਰਕੇ ਲੈ ਜਾਂਦੇ ਆ, ਕਿਉਂਕਿ ਮੈਨੂੰ ਆਪ ਨੂੰ ਵੇਚਣਾ ਨਹੀਂ ਆਉਂਦਾ ਜੀ, ਮੈਨੂੰ ਮਾਰਕੀਟ ਨਹੀਂ ਪਤਾ ਕਿੱਥੇ ਆ। ਸੋ ਇਹ ਚੀਜ਼ਾਂ ਨੂੰ ਕਿਸਾਨ ਨੂੰ ਸਿਆਣਾ ਬਣਨਾ ਪਏਗਾ, ਤਾਂ ਅਸੀਂ ਜਾ ਕੇ ਆਪਣੀ ਜਿਹੜੀ ਆ ਫਸਲ ਸਹੀ ਕੀਮਤ ਤੇ ਵੇਚ ਸਕਾਂਗੇ ਔਰ ਸਹੀ ਢੰਗ ਨਾਲ ਜਿਹੜਾ ਇਹ ਕੰਮ ਹੋ ਸਕੇਗਾ। ਲੇਕਿਨ ਇਹ ਸਾਡਾ ਕੰਮ ਜੇ ਅਸੀਂ ਸੋਚੀਏ ਕੋਈ ਹੋਰ ਕਰੇਗਾ ਜੀ ਤੇ ਸੰਭਵ ਨਹੀਂ ਹੈਗਾ। ਸਾਨੂੰ ਆਪ ਨੂੰ ਸਿਆਣੇ ਬਣਨਾ ਪਏਗਾ, ਆਪ ਨੂੰ ਇੰਟਰਨੈਟ ਤੇ ਮਾਰਕੀਟ ਸਰਚ ਕਰਨੀ ਪਏਗੀ, ਉਹ ਚੀਜ਼ਾਂ ਜਿਹੜੀਆਂ ਸਾਡੇ ਕੋਲ ਉਹੀ ਪੈਦਾ ਕਰਨੀਆਂ ਪੈਣਗੀਆਂ ਜਿਹੜੀਆਂ ਅਸੀਂ ਵੇਚ ਸਕੀਏ ਜੀ। ਜੇ ਅਸੀਂ ਇੰਨਾ ਕਿਉਂ ਨਹੀਂ ਕੰਪੈਲ ਕਰ ਸਕਦੇ ਕਿ ਆੜਤੀਆ ਸਾਡੇ ਪਿੰਡ 'ਚ ਆ ਕੇ ਇੱਥੇ ਆ ਕੇ ਲੈ ਕੇ ਜਾਵੇ ਜੀ। ਜਿਹੜਾ ਸ਼ੈਲਰ ਵਾਲਾ, ਜਿਹੜਾ ਵੀਟ ਪ੍ਰੋਸੈਸਿੰਗ ਜਿਹੜੀ ਇਹ ਮੱਕੀ ਹੈ, ਇਸ ਵੇਲੇ 1000 ਰੁਪਏ ਕੁਇੰਟਲ ਕੋਈ ਨਹੀਂ ਲੈ ਰਿਹਾ, ਤੇ ਇਸੇ ਮੱਕੀ ਨੂੰ ਜਿਹੜਾ ਆਟਾ ਮੱਕੀ ਦਾ ਉਹ 30 ਰੁਪਏ ਕਿਲੋ ਤੋਂ ਘੱਟ ਨਹੀਂ ਮਿਲਦਾ। ਬਿਲਕੁਲ, ਦੇਖੋ ਇਹ ਕਿੰਨਾ ਫਰਕ ਪੈ ਗਿਆ, ਕਿੰਨੀ ਪ੍ਰੋਸੈਸਿੰਗ ਦਾ ਚਾਰਜਸ ਹੋਣਗੇ। ਸੋ ਇੱਥੇ ਕਿਸੇ ਨਾ ਕਿਤੇ ਕਿਸਾਨ ਦੀ ਐਕਸਪਲੋਇਟੇਸ਼ਨ ਹੈ, ਜਿਹੜੀਆਂ ਕਿਸਾਨ ਨੂੰ ਆਪ ਸਿਆਣਾ ਹੋਣਾ ਪਏਗਾ। ਇਹਦਾ ਕੋਈ ਨਾ ਕੋਈ ਲੱਭਣਾ ਪਏਗਾ ਕਿ ਅਸੀਂ ਇਨਪੁਟ ਸਾਡੀਆਂ ਘੱਟੋ ਘੱਟ ਹੋਣ ਜੀ, ਮਾਰਕੀਟਿੰਗ ਅਸੀਂ ਆਪ ਕਰੀਏ। ਬਿਲਕੁਲ, ਔਰ ਉਸ ਮਾਰਕੀਟਿੰਗ ਦੇ ਵਿੱਚ ਜਿਹੜਾ ਮੈਂ ਸਮਝਦਾ ਖਰੀਦਦਾਰ ਹੈ, ਉਹਨੂੰ 30 ਦੀ ਜਗ੍ਹਾ ਜੇ 25 ਰੁਪਏ ਵੀ ਆਟਾ ਮਿਲ ਜਾਏ ਉਹਦੇ 5 ਰੁਪਏ ਬਚਣਗੇ। ਤੇ ਜੇ ਕਿਸਾਨ ਨੂੰ ਜਿਹੜਾ 1800 ਦੀ ਜਗ੍ਹਾ ਤੇ 2500 ਮਿਲੇ ਤਾਂ ਉਹਦੀ ਵੀ ਕਮਾਈ ਹੈ। ਹਾਂਜੀ, ਪਰ ਉਹ ਕਰੇਗਾ ਕੌਣ? ਅਸੀਂ ਇਹ ਨਾ ਨਹੀਂ ਕਰ ਸਕੀਏ ਵੀ ਸਾਡੇ ਲਈ ਸਾਡਾ ਕੰਮ ਕਿਸੇ ਹੋਰ ਨੇ ਕਰਨਾ। ਇਹ ਇੱਕ ਜਿਹੜੀ ਹੈ ਨਾ ਸਮੱਸਿਆ ਹੈ, ਜਿਹਦੇ ਬਾਰੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਇਸ ਬਿੱਲਾਂ ਦੇ ਚੱਲਦਿਆਂ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਭਾਜਪਾ ਨੂੰ ਪੰਜਾਬ ਦੇ ਵਿੱਚ ਇੱਕ ਵੱਡੀ ਨਾਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਜੀ? ਨਹੀਂ, ਸਾਨੂੰ ਕੋਈ ਇਹਦੇ 'ਚ ਕੀ ਨਮੋਸ਼ੀ ਹੈ ਜੀ। ਦੇਖੋ ਗੱਲ ਇਹ ਹੈ ਕਿ ਸਾਡਾ ਫਰਜ਼ ਹੈ ਜੀ, ਇੱਕ ਬੰਦਾ ਸਾਡਾ ਨਾਰਾਜ਼ ਹੋਇਆ ਹੈ, ਬਿਲਕੁਲ, ਜਾਂ ਨਿਰਾਸ਼ ਹੋਇਆ ਹੈ, ਅਸੀਂ ਉਹਦੇ ਨਾਲ ਗੱਲ ਕਰਾਂਗੇ ਜੀ। ਸਾਡਾ ਉਹ ਭਰਾ ਆ, ਕਿਸਾਨ ਸਾਡੇ ਭਰਾ ਆ, ਅਸੀਂ ਆਪ ਕਿਸਾਨ ਹੈ, ਅਸੀਂ ਮਿਲ ਬੈਠ ਕੇ ਵਿਚਾਰ ਕਰਾਂਗੇ। ਅਸੀਂ ਆਪਣੇ ਕਿਸਾਨਾਂ ਦੇ, ਪੰਜਾਬ ਦੇ ਕਿਸਾਨਾਂ ਦੇ ਹਮਦਰਦ ਹੈਗੇ ਆ ਜੀ। ਅਸੀਂ ਇਹ ਕਦੇ ਕਹਿ ਸਕਦੇ ਹਾਂ ਕਿ ਅਸੀਂ ਕਿਸੇ ਖਾਸ ਐਸੀ ਨੀਤੀ ਦਾ
ਸਹਿਯੋਗ ਕਰਾਂਗੇ, ਜਿਹੜੀ ਨੀਤੀ ਪੰਜਾਬ ਦੇ ਕਿਸਾਨਾਂ ਦੇ ਹਿੱਤ 'ਚ ਨਹੀਂ ਹੈਗੀ। ਪੰਜਾਬ ਦੇ ਕਿਸਾਨਾਂ ਦੇ ਹਮਦਰਦ ਤੁਸੀਂ ਗੱਲ ਕਹੀ ਆ। ਅਸ਼ਵਨੀ ਸ਼ਰਮਾ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਉਹਨਾਂ ਤੇ ਬੀਤੀ ਰਾਤ ਜਿਹੜਾ ਅਟੈਕ ਕੀਤਾ ਗਿਆ ਆ, ਗੱਡੀ ਭੰਨਤੋੜ ਕੀਤੀ ਗਈ ਆ, ਤੇ ਉਹਨਾਂ ਵੱਲੋਂ ਸਿੱਧਾ ਕਿਹਾ ਗਿਆ ਵੀ ਕਾਂਗਰਸ ਨੇ ਕੀਤਾ ਆ ਵੀ, ਤੇ ਕਿਸਾਨਾਂ ਦਾ ਇਹਦੇ 'ਚ ਕੋਈ ਹੱਥ ਨਹੀਂ ਹੈ। ਕਿਤੇ ਇਹ ਤਾਂ ਨਹੀਂ ਵੀ ਹਾਂ ਵੀ ਇਸ ਬਿੱਲ ਦੇ ਚੱਲਦਿਆਂ ਕਿਸਾਨਾਂ ਦੀ ਜਿਹੜੀ ਕਹਿੰਦੇ ਨੇ ਕਿ ਸਹਾਨੂਭੂਤੀ ਲੈਣ ਦੀ ਗੱਲ ਕੀਤੀ ਹੋਵੇ ਜੀ। ਦੇਖੋ ਗੱਲ ਇਹ ਹੈ ਜੀ, ਅਸ਼ਵਨੀ ਕੁਮਾਰ ਜੀ ਜਿਹੜੇ ਆ ਨਾ ਸਾਡੇ ਮਾਨਯੋਗ ਪ੍ਰਧਾਨ ਸਟੇਟ ਦੇ, ਪ੍ਰਧਾਨ ਉਹ ਇੱਕ ਗੱਡੀ 'ਚ ਬੈਠੇ ਸੀ, ਜੀ ਇੱਕ ਪਾਇਲਟ ਅੱਗੇ ਸੀ, ਜੀ, ਇੱਕ ਪਾਇਲਟ ਪਿੱਛੇ ਸੀ, ਜਿਹੜੀ ਸਕਾਟ ਗੱਡੀ ਲੱਗੀ ਸਰਕਾਰ ਨੇ ਦਿੱਤੀ। ਇਹਦਾ ਜਵਾਬ ਤਾਂ ਉਹ ਪੁਲਿਸ ਵਾਲੇ ਦੇਣਗੇ ਵੀ ਹੋਇਆ ਕੀ ਹੈ, ਬਿਲਕੁਲ। ਕਿਉਂ ਉਹਨਾਂ ਨੂੰ ਪ੍ਰੀਵੈਂਟ ਨਹੀਂ ਕਰ ਸਕੇ, ਜੀ ਤੇ ਜੇ ਉਦੋਂ ਹੋ ਰਿਹਾ ਸੀ ਉਹਨਾਂ ਦੀ ਉਸ ਵੇਲੇ ਕੀ ਐਕਟੀਵਿਟੀ ਸੀ। ਜੀ, ਤੇ ਇਹ ਤਾਂ ਸਰਕਾਰੀ ਤੰਤਰ ਹੀ ਹੈ। ਬਿਲਕੁਲ। ਹਾਂਜੀ, ਉਹਨਾਂ ਨੇ ਕਿਉਂ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਲਿਆ ਜਿਸ ਕੰਮ ਲਈ ਉਹ ਉੱਥੇ ਲਾਏ ਗਏ ਆ ਨਾਲ ਉਹਨਾਂ ਦੀ ਸੁਰੱਖਿਆ ਵਾਸਤੇ। ਸੋ ਇਹ ਤਾਂ ਸਰਕਾਰ ਹੀ ਕਰਵਾ ਰਹੀ ਹੈ ਤਾਂ ਕਿ ਜਿਹੜੀ ਹੈ ਅਸੀਂ ਇੱਥੇ ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੈਦਾ ਕਰ ਸਕੇ। ਜੀ, ਆਪ ਜੀ ਇਸ ਗੱਲ ਤੇ ਵਿਚਾਰ ਕਰੋ ਕਿ ਕੀ ਕਾਂਗਰਸ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਕੋਈ ਮੋਦੀ ਸਾਹਿਬ ਨਾਲ ਰਾਬਤਾ ਕਾਇਮ ਕੀਤਾ, ਜੀ, ਕੋਈ ਨਰਿੰਦਰ ਤੋਮਰ ਜੀ ਨਾਲ ਰਾਬਤਾ ਕਾਇਮ ਕੀਤਾ, ਕੋਈ ਦੇ ਉੱਥੇ ਜਾ ਕੇ ਇਹ ਗਏ ਆ ਉਹਨਾਂ ਕੋਲ ਕਿ ਇਹ ਪੰਜਾਬ ਦੀਆਂ ਸਮੱਸਿਆਵਾਂ ਤੁਸੀਂ ਹੱਲ ਕਰੋ, ਅਸੀਂ ਤੁਹਾਡੇ ਕੋਲ ਟਾਈਮ ਮੰਗਦੇ ਹਾਂ। ਕੀ ਇਹ ਸੰਸਥਾਵਾਂ ਆਪਣੇ ਕਿਸਾਨ ਭਰਾਵਾਂ ਨਾਲ ਬੈਠੀਆਂ, ਜਾ ਕੇ ਉਹਨਾਂ ਨਾਲ ਵਿੱਚ ਸ਼ਾਮਲ ਹੋਏ ਆ? ਜੀ, ਇਹ ਤਾਂ ਆਪਣੀਆਂ ਦੁਕਾਨਾਂ ਲਾ ਕੇ ਤੇ ਢੋਲਕੀ ਪਿੱਟ ਕੇ ਰੋਟੀਆਂ ਜਿਹੜੀ ਰਾਜਨੀਤਿਕ ਰੋਟੀਆਂ ਸੇਕ ਕੇ ਆਏ ਆ। ਸੋ ਅਸੀਂ ਕਿਸਾਨ ਜਿਹੜਾ ਸਾਡਾ ਵਿਰੋਧੀ ਨਹੀਂ ਨਾ, ਅਸੀਂ ਕਿਸਾਨ ਵਿਰੋਧੀ ਹਾਂ। ਅਸ਼ਵਨੀ ਕੁਮਾਰ ਜੀ ਤੇ ਹਮਲਾ ਇੱਕ ਸਾਜ਼ਿਸ਼ ਹੈ ਅਸ਼ਵਨੀ ਸ਼ਰਮਾ ਜੀ ਤੇ, ਔਰ ਇਹ ਜਿਹੜੀ ਸਾਜ਼ਿਸ਼ ਹੈ ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ, ਕਾਂਗਰਸ ਸਰਕਾਰ ਜ਼ਿੰਮੇਵਾਰ ਹੈ, ਕਾਂਗਰਸ ਜ਼ਿੰਮੇਵਾਰ ਹੈ। ਤੇ ਜੇਕਰ ਗੱਲ ਰਾਜਨੀਤੀ ਕੀਤੀ ਜਾਵੇ, ਤੁਸੀਂ ਭਾਜਪਾ ਵੱਲੋਂ ਕਿਹਾ ਜਾ ਰਿਹਾ ਵੀ ਹਾਂ ਵੀ ਅਕਾਲੀ ਦਲ ਭਾਜਪਾ ਗੱਠਜੋੜ ਅਲੱਗ ਹੋ ਗਿਆ ਤੇ 117 ਸੀਟਾਂ ਤੇ ਲੜਾਂਗੇ। ਲੱਗਦਾ ਵੀ 117 ਸੀਟਾਂ ਤੇ ਜਿੱਤ ਸਕੋਗੇ, ਜਦਕਿ 2017 ਚ ਅਕਾਲੀ ਭਾਜਪਾ ਗੱਠਜੋੜ ਨੂੰ 18 ਕੁ ਦੇ ਕਰੀਬ ਸੀਟਾਂ ਆਈਆਂ ਸੀ, ਜਿਹਦੇ ਚੋਂ ਭਾਜਪਾ ਦੀਆਂ ਸਿਰਫ 3 ਵਿਧਾਇਕ ਸੀ। ਰਾਜਨੀਤੀ ਵਿੱਚ ਜਿਹੜੀ ਹੈ ਨਾ ਜਿੱਤ ਹਾਰ ਇੱਕ ਹਿੱਸਾ ਹੈ। ਜੀ, 1997 ਦੇ ਵਿੱਚ ਕਾਂਗਰਸ ਕੋਲ 16 ਸੀਟਾਂ ਸੀ ਜੀ, ਸਾਰੀਆਂ, ਤੇ ਉਸ ਤੋਂ ਬਾਅਦ 2002 ਚ ਕਾਂਗਰਸ ਨੇ ਸਰਕਾਰ ਬਣਾ ਲਈ ਸੀ। ਜੀ, ਇਹ ਜਿੱਤ ਹਾਰ ਵੈਸੀ ਗੱਲ ਨਹੀਂ। ਅਸੀਂ ਵੀ 1984 ਚ ਭਾਰਤੀ ਜਨਤਾ ਪਾਰਟੀ ਕੋਲ 2 ਸੀਟਾਂ ਸੀ, ਹੁਣ ਸਾਡੀ ਆਪਣੀ ਗਵਰਨਮੈਂਟ ਹੈਗੀ ਹੈ, ਸਾਨੂੰ ਸਹਿਯੋਗੀਆਂ ਦੀ ਸਾਡੇ ਨਾਲ ਨੇ ਐਨਡੀਏ 'ਚ, ਲੇਕਿਨ ਉਹਨਾਂ ਤੋਂ ਬਿਨਾਂ ਵੀ ਅਸੀਂ ਆਪਣੀ ਸਰਕਾਰ ਬਣਾ ਸਕਦੇ ਹਾਂ। ਨਹੀਂ ਐਨਡੀਏ ਚ ਨਾਲ ਨੇ, ਚਲੋ ਤੁਸੀਂ ਗੱਲ ਕੀਤੀ ਹੈ, ਤੇ ਐਨਡੀਏ ਦੇ ਨਾਲੋਂ ਨਾਤਾ ਤੋੜਿਆ ਅਕਾਲੀ ਦਲ ਨੇ। ਕਦੇ ਹੋਇਆ ਨਹੀਂ ਵੀ ਐਨਡੀਏ ਵੱਲੋਂ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਇਕੱਲਾ ਬੀਜੇਪੀ ਬਣ ਕੇ ਰਹਿ ਜਾਏਗਾ ਐਨਡੀਏ? ਦੇਖੋ, ਜਿਹੜੇ ਉਹਨਾਂ ਦੇ ਸ਼ੰਕੇ ਸੀ ਮੈਂ ਆਪ ਜੀ ਨੂੰ ਦੱਸਿਆ, ਜੀ, ਅਸੀਂ ਨਿਵਰਤ ਕਰ ਦਿੱਤੇ ਸੀ। ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ, ਜੀ, ਉਹਨਾਂ ਨੇ ਜਵਾਬ ਦੇਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੋਈ, ਜੀ, ਉਹਨਾਂ ਨੇ ਜਵਾਬ ਦੇਣਾ ਵੀ 328 ਸਰੂਪ ਕਿਵੇਂ ਚੋਰੀ ਹੋ ਗਏ, ਜੀ, ਗੁਰੂ ਰਾਮਦਾਸ ਪ੍ਰੈਸ ਚੋਂ ਚਲੇ ਗਏ। ਉਹਨਾਂ ਨੇ ਜਵਾਬ ਦੇਣਾ ਕਿ ਇੱਥੇ ਕੇਸਗੜ੍ਹ ਸਾਹਿਬ ਦੇ ਵਿੱਚ 15 ਲੱਖ ਦੀ ਸਬਜ਼ੀ ਕਿੱਥੇ ਖਾਧੀ ਗਈ। ਉਹਨਾਂ ਨੂੰ ਤਾਂ ਬਹੁਤ ਸਾਰੇ ਜਵਾਬ, ਜਿਹੜੇ ਰਾਮ ਰਹੀਮ ਨੂੰ ਮਾਫੀ ਕਿਉਂ ਦਿੱਤੀ ਗਈ, ਉਹਨਾਂ ਨੂੰ ਆਪਣੀ ਧਰਤੀ ਹੈ ਨਹੀਂ ਉਹਨਾਂ ਕੋਲ। ਜੀ, ਤੇ ਜੇ ਅਸੀਂ ਤਾਂ ਉਹਨਾਂ ਨੂੰ ਨਹੀਂ ਕੱਢਿਆ, ਉਹ ਆਪਣੇ ਆਪ ਛੱਡ ਕੇ ਭੱਜ ਗਏ। ਉਹ ਸ਼ਾਇਦ ਸਮਝਦੇ ਹੋਣ ਕਿ ਇਹਦੇ ਰਾਹੀਂ ਸਾਡੀ ਗੱਲ ਚੱਲਦੀ ਹੈ, ਹੁਣ ਵੀ ਸਾਨੂੰ ਅੰਦਰੋਂ ਫੀਲਰ ਭੇਜਦੇ ਆ ਕਿ ਸਾਡੇ ਨਾਲ ਗੱਲ ਕਰ ਲਓ। ਜੇ 2022 ਦੀ ਗੱਲ ਕੀਤੀ ਜਾਵੇ, ਅਕਾਲੀ ਭਾਜਪਾ ਗੱਠਜੋੜ ਦੁਬਾਰੇ ਬਣੇਗਾ ਜਾਂ ਨਹੀਂ? ਅਸੀਂ ਆਪਣੇ ਉਹਦੇ ਦਮ ਤੇ ਇਲੈਕਸ਼ਨ ਲੜਾਂਗੇ ਜੀ, ਤੇ ਸਰਕਾਰ ਵੀ ਬਣਾਵਾਂਗੇ। ਜੀ, ਰਾਜਨੀਤੀ ਸੰਭਾਵਨਾਵਾਂ ਦਾ ਖੇਡ ਹੈ, ਇੱਥੇ ਕੁਝ ਵੀ ਸੰਭਵ ਹੈਗਾ। ਜੀ, ਇਸ ਵੇਲੇ ਅਸੀਂ ਕਿਸੇ ਗੱਲ ਦਾ ਕਰੀਏ, ਲੇਕਿਨ ਸਾਡੀ ਤਿਆਰੀ ਹੈ ਇੰਡੀਪੈਂਡੈਂਟ ਇਲੈਕਸ਼ਨ ਲੜਨ ਦੀ, ਜੀ, ਔਰ ਅਸੀਂ ਇਹ ਇਲੈਕਸ਼ਨ ਲੜਾਂਗੇ ਤੇ ਜਿੱਤ ਪ੍ਰਾਪਤ ਕਰਾਂਗੇ। ਕੋਈ ਲਾਸਟ ਜੋ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ ਸੁਨੇਹਾ ਦੇ ਤੌਰ ਤੇ? ਦੇਖੋ, ਕਿਸਾਨਾਂ ਨੂੰ ਤਾਂ ਸੁਚੇਤ ਹੋਣਾ ਪਏਗਾ ਜੀ, ਕਿ ਅਸੀਂ ਅੰਦਰੋਂ ਬਾਹਰੋਂ ਆਪਣੀ ਜਿਹੜੀ ਫਸਲ ਹੈ ਉਹਦੇ ਲਈ ਸਾਨੂੰ ਵਾਜਬ ਭਾਅ ਮਿਲਣ, ਅਸੀਂ ਅੱਗੇ ਵਧੀਏ, ਇਹਦੇ ਲਈ ਸਾਨੂੰ ਉਦਮ ਕਰਨਾ ਪਏਗਾ। ਧੰਨਵਾਦ ਸਰ, ਧੰਨਵਾਦ। ਸੋ ਇਹ ਸਨ ਭਾਜਪਾ ਦੇ ਕੌਮੀ ਬੁਲਾਰੇ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ, ਜਿਨ੍ਹਾਂ ਨੇ ਖੇਤੀ ਬਿੱਲਾਂ ਬਾਰੇ ਸਾਡੇ ਨਾਲ ਗੰਭੀਰ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਭਾਜਪਾ ਦੇ ਰਾਜਨੀਤਿਕ ਅਕਸ ਬਾਰੇ ਵੀ ਜਾਣਕਾਰੀ ਦਿੱਤੀ। ਉਮੀਦ ਹੈ ਤੁਹਾਡੇ ਲਈ ਪਸੰਦ ਆਇਆ ਹੋਵੇਗਾ ਕਿ ਅਗਲੀ ਵਾਰ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਦਿਓ ਆਗਿਆ, ਧੰਨਵਾਦ।